ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Seco Immigration Services, California Immigration Consultant, registered ਅਤੇ bonded, immigration assistance ਦੇ ਨਾਲ citizenship, work permit, process service, OCI card, family petition, Indian passport, Indian visa ਅਤੇ notary public ਲਈ ਸੰਪਰਕ ਕਰੋ। Seco Immigration Services, ਗੁਰਸ਼ਰਨ ਸੇਖੋ, 22693 Hesperian Boulevard, Suite 250, Hayward, California. Call 510-200-9988। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਰੇਡੀਓ ਪੰਜਾਬ ਟੂਡੇ ਦਾ ਪ੍ਰੋਗਰਾਮ ਤੁਸੀਂ ਲਾਈਵ ਤੋਂ ਬਾਅਦ ਫੇਸਬੁੱਕ ਪੇਜ ਅਤੇ YouTube ਚੈਨਲ 'ਤੇ ਵੀ ਸੁਣ ਸਕਦੇ ਹੋ। ਇਸ ਤੋਂ ਇਲਾਵਾ ਸਾਡੀਆਂ ਹੋਰ ਰਿਪੋਰਟਸ ਵੀ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ 'ਤੇ ਹੁੰਦੀਆਂ। ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਜੇਕਰ ਤੁਸੀਂ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ, ਲੋਕਲ ਲੈ ਕੇ ਕੰਮ ਕਰਨਾ ਚਾਹੁੰਦੇ ਹੋ ਅਤੇ ਬੱਚਿਆਂ ਨਾਲ ਵੱਧ ਸਮਾਂ ਬਤੀਤ ਕਰਨਾ ਚਾਹੁੰਦੇ ਹੋ, ਤਾਂ ਸੈਟਲ ਦੇ ਵਿੱਚ ਵਾਸ਼ਿੰਗਟਨ ਫਰੇਟ ਸਰਵਿਸ ਵਾਲੇ ਗੁਰਵਿੰਦਰ ਸਿੰਘ ਧਾਲੀਵਾਲ ਅਤੇ ਜਗਦੇਵ ਸੰਧੂ ਹੋਣੀ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੇ ਨੇ। ਪੰਜਾਬੀ ਦੇ ਵਿੱਚ ਡਿਸਪੈਚ ਵੀ ਕਰਦੇ ਨੇ। 2063544060 ਅਤੇ ਦੂਜਾ ਨੰਬਰ ਆਈ 2532666924 'ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਗੱਲ ਕਰੀਏ, ਕਹਿੰਦੇ ਬਰਗਾੜੀ ਦੀ ਕਾਂਡ ਦੀ ਇੱਕ ਹਾਈ ਕੋਰਟ 'ਚੋਂ ਪਟੀਸ਼ਨ ਖਾਰਜ ਹੋਈ ਹੈ। ਕਿਹੜੀ ਪਟੀਸ਼ਨ ਖਾਰਜ ਹੋਈ ਹੈ ਜੀ?
ਦਾਨੇਵਾਲੀਆ ਸਾਹਿਬ, ਬਰਗਾੜੀ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਕਰਨੀ ਚਾਹੂੰਗਾ ਜੀ, ਜਿਹੜੀ ਸਾਡੇ ਅਦਾਰੇ ਨਾਲ ਵੀ ਸੰਬੰਧਿਤ ਹੈ ਤੇ ਸਾਡੇ ਸਰੋਤਿਆਂ ਨਾਲ ਵੀ। ਜੀ, ਸਾਡੇ ਦਰਸ਼ਕ ਸਰੋਤੇ ਜਿਹੜੇ ਹੈਗੇ ਆਪਣੇ ਵਾਸਤੇ ਰੱਬ ਹੈ ਉਹ। ਜੀ ਬਿਲਕੁਲ, ਅਸੀਂ ਉਹਨਾਂ ਦਾ ਬਹੁਤ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਲੇਕਿਨ ਸਾਡਾ ਤੇ ਹੋਰ ਪੱਤਰਕਾਰਾਂ ਦਾ ਫਰਕ ਹੈ। ਜੀ, ਬਹੁਤ ਸਾਰੇ ਪੱਤਰਕਾਰ ਉਹ ਹੈ ਜਿਹੜੇ ਬਹਾ ਦੇ ਨਾਲ ਬਹਿੰਦੇ, ਜਿਹੋ ਜਿਹਾ ਮਾਹੌਲ ਹੁੰਦਾ ਉਹਦੇ ਮੁਤਾਬਕ ਚੱਲਦੇ ਆ, ਕਿਉਂਕਿ ਉਹਨਾਂ ਨੇ TRP ਵਧਾਉਣੀ ਹੁੰਦੀ ਹੈ ਆਪਣੇ ਚੈਨਲਾਂ ਦੀ। ਜੀ, ਬਹੁਤ ਸਾਰੇ ਲੋਕ ਉਹ ਹੁੰਦੇ ਆ ਜਿਨ੍ਹਾਂ ਨੇ ਆਪਣੇ ਵਿਊਜ਼ ਵਧਾਉਣੇ ਹੁੰਦੇ ਆ। ਬਹੁਤ ਸਾਰੇ ਲੋਕ ਉਹ ਹੁੰਦੇ ਆ ਜਿਨ੍ਹਾਂ ਨੇ ਆਪਣੇ ਕਮੈਂਟਸ ਤੇ ਤੱਕ ਗੱਲ ਕਰਨੀ ਹੁੰਦੀ ਹੈ ਕਿ ਸਾਨੂੰ ਜੀ ਇੰਨੇ ਕਮੈਂਟਸ ਮਿਲ ਗਏ। ਉਹ ਹੇਠਾਂ ਗਾਲਾਂ ਵੀ ਕੱਢੀ ਜਾਓ ਤਾਂ ਵੀ ਨਹੀਂ, ਉਹਨਾਂ ਨੂੰ ਵੀ ਉਹ ਕਹਿੰਦੇ ਗਾਲਾਂ ਘਿਓ ਦੀਆਂ ਨਾਲਾਂ ਉਹ ਹੈ। ਅਸੀਂ ਕਰਦੇ ਹਾਂ ਪਿਓਰ ਪੱਤਰਕਾਰੀ। ਜੀ, ਪੱਤਰਕਾਰੀ ਦਾ ਮਤਲਬ ਇਹ ਹੈ ਕਿ ਅਸੀਂ ਜਿਹੜੀ ਗੱਲ ਕਰਾਂਗੇ ਅਸੀਂ ਉਹਦੇ ਲਈ ਜਵਾਬਦੇਹ ਹਾਂ। ਅੱਜ ਜਵਾਬਦੇਹ ਨਹੀਂ, ਭਵਿੱਖ ਵਾਸਤੇ ਵੀ ਜਵਾਬਦੇਹ। ਜੀ, ਆਪਣੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਪੰਜਾਬ ਦੇ ਵਿੱਚ 2017 ਦੀਆਂ ਚੋਣਾਂ ਦਾ ਪੜੁੱਲ ਬਣ ਗਿਆ ਸੀ, ਉਸ ਵੇਲੇ ਮੇਰਾ ਨਹੀਂ ਖਿਆਲ ਵੀ ਭਾਰਤ ਦੇ ਪੰਜਾਬੀ ਜਗਤ ਨਾਲ ਸੰਬੰਧਿਤ ਕਿਸੇ ਪੱਤਰਕਾਰ ਨੇ ਇਹ ਕਿਹਾ ਹੋਊਗੀ ਆਮ ਆਦਮੀ ਪਾਰਟੀ ਹਾਰੂਗੀ। ਬਿਲਕੁਲ ਦੀ 100 ਸੀਟਾਂ ਦੀਆਂ ਤਾਂ ਅੱਜ ਵੀ ਇਹਨਾਂ ਦਿਨਾਂ ਦੇ ਵਿੱਚ ਪੂਰੀ, ਜਦੋਂ ਅਮਰੀਕਾ ਗਿਆ ਸੀ ਤੇ 100 ਸੀਟਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ। ਲੇਕਿਨ ਆਪਾਂ ਉਸ ਵੇਲੇ ਗਰਾਊਂਡ ਰਿਐਲਿਟੀ ਜਾਣਦੇ ਸੀ, ਸਾਨੂੰ ਪਤਾ ਸੀ ਕਿ ਸਥਿਤੀ ਕੀ ਹੈ। ਆਪਾਂ ਉਦੋਂ ਬਿਲਕੁਲ ਜਿਹੜੀ ਹੈਗੀ ਹੈ ਸਟੀਕ ਇਨਫੋਰਮੇਸ਼ਨ ਇਹ ਪ੍ਰੋਵਾਈਡ ਕਰਦੇ ਸੀ ਕਿ ਜਿਸ ਸੂਬੇ ਦੇ ਵਿੱਚ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਹੋਣ, ਜਿੱਥੇ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ, ਜੀ ਲੋਕਾਂ ਨੂੰ ਸਿੱਖਿਆ ਦੇਣ ਦੀ ਬਜਾਏ, ਲੋਕਾਂ ਨੂੰ ਸਟੇਟ ਆਪਣੀ ਜਿਹੜੀ ਵੈਲਫੇਅਰ ਭੂਮਿਕਾ ਨਿਭਾਉਣ ਦੀ ਬਜਾਏ ਜੀ ਆਟਾ ਤੇ ਦਾਲ ਤੇ ਲਾਏ ਹੋਣ, ਜਿੱਥੇ ਲੋਕ ਭੁੱਕੀ ਤੇ ਲੱਗੇ ਹੋਣ, ਜਿੱਥੇ ਦਾਰੂ ਤੇ ਲੱਗੇ ਹੋਣ, ਉੱਥੇ ਮੁੱਦਿਆਂ ਤੇ ਵੋਟਾਂ ਨਹੀਂ ਪੈਂਦੀਆਂ। ਉੱਥੇ ਵੋਟਾਂ ਵਿਕਣ ਵਾਲੀਆਂ ਗੱਲ ਹੁੰਦੀ ਹੈ ਤੇ ਉੱਥੇ ਵੋਟਾਂ ਵਿਕਦੀਆਂ। ਹਾਕਮ ਲੋਕ ਜਿਹੜੇ ਹੈਗੇ ਆ, ਪੈਸੇ ਵਾਲੇ ਲੋਕ ਹੈ, ਉਹ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੀ ਜ਼ਮੀਰ ਖਰੀਦਦੇ ਹੈ। ਜੀ ਜੀ। ਔਰ ਇਹ ਬਦਕਿਸਮਤੀ ਹੈ ਸਾਡੇ ਸਮਾਜ ਦੀ ਕਿ 70-75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ, ਅਜੇ ਤੱਕ ਅਸੀਂ ਜਾਗਰਤ ਨਹੀਂ ਹੋਏ। ਜੀ, ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਆਹ ਜਿਹੜਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਨਾ, ਕਿਸਾਨ ਅੰਦੋਲਨ ਨੇ ਹਾਲੇ ਭਾਵੇਂ ਹੋਰ ਕੁਝ ਨਹੀਂ ਖੱਟਿਆ, ਖੱਟਣਗੇ ਬਹੁਤ ਕੁਝ, ਲੇਕਿਨ ਜਿਹੜੀ ਸਭ ਤੋਂ ਵੱਡੀ ਪੰਜਾਬ ਦੇ ਉੱਤੇ ਮਿਹਰਬਾਨੀ ਕੀਤੀ ਹੈ ਜੀ, ਉਹ ਮਿਹਰਬਾਨੀ ਇਹ ਕੀਤੀ ਹੈ ਕਿ ਜਿਹੜੇ ਲੋਕ ਉੱਥੇ ਜਾਂਦੇ ਉਹਨਾਂ ਨੂੰ ਸੁਚੇਤ ਕਰ ਦਿੱਤਾ। ਅੱਜ ਤੁਸੀਂ ਕਿਸੇ ਪਿੰਡ ਜਾ ਕੇ ਦੇਖ ਲਓ ਜੀ, ਜਿਹੜੀ ਬੀਬੀ ਗੇੜਾ ਮਾਰੇ ਸਿੰਘੂ ਜਾਂ ਟਿਕਰੀ ਬਾਰਡਰ ਦੇ ਉੱਤੇ, ਉਹ ਪਿੰਡ ਦੇ ਵਿੱਚ ਸਵਾਲ ਕਰਦੀ ਹੈ। ਬਿਲਕੁਲ, ਨੌਜਵਾਨ ਸਵਾਲ ਕਰਦੇ ਹੈ, ਬੱਚੇ ਸਵਾਲ ਕਰਦੇ ਆ। ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖੋ ਕਿ 13-14 ਸਾਲ ਦੇ ਇੱਕ ਬੱਚੇ ਨੂੰ ਪੁਲਿਸ ਨੇ ਫੜ ਕੇ ਗੱਡੀ 'ਚ ਬਿਠਾਇਆ, ਬੱਸ 'ਚ ਬਿਠਾਇਆ, ਤੇ ਉਹ ਕਹਿੰਦਾ ਕੋਈ ਪਰਵਾਹ ਨਹੀਂ, ਮੈਂ ਜੇਲ੍ਹ ਨੂੰ ਚੱਲਿਆ। ਜੀ, ਇਹ ਜਿਹੜੀ ਇੰਨੀ ਉਹਨਾਂ ਨੇ ਕੀਤੀ, ਇਹਦੇ ਨਾਲ ਜਾਗਰੂਕਤਾ ਪੈਦਾ ਹੋਈ ਔਰ ਉਹ ਜਾਗਰੂਕਤਾ ਸਾਡੇ ਲਈ ਬਹੁਤ ਵੱਡੀ ਗੱਲ ਹੈ। ਜੀ, ਸੋ ਕਿਉਂਕਿ ਸਾਡੇ ਆਮ ਤੌਰ ਤੇ ਉੱਤੇ ਜਿਹੋ ਜਿਹੀ ਗੱਲ ਹੁੰਦੀ ਅਸੀਂ ਉਹ ਗੱਲ ਕਰਦੇ ਸੀ। ਕੱਲ੍ਹ ਆਪਾਂ ਪ੍ਰੋਗਰਾਮ ਕੀਤਾ ਜੀ, ਕੱਲ੍ਹ ਵਾਲੇ ਪ੍ਰੋਗਰਾਮ ਦੇ ਉੱਤੇ ਜਿਹੜੇ ਆਪਣੇ ਦੋ ਬਹੁਤ ਵਧੀਆ ਮਿੱਤਰ ਆ, ਮੈਂ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਤਾਂ ਕੈਨੇਡਾ 'ਚੋਂ ਜੀ, ਇੱਕ ਦਾ ਮੈਨੂੰ ਮੈਸੇਜ ਆਇਆ, ਉਹਨੇ ਕਿਹਾ ਜੀ ਤੁਸੀਂ ਤੇ ਤੁਹਾਡਾ ਰੇਡੀਓ ਐਂ ਲੱਗਦਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਐਡਵੋਕੇਸੀ ਕਰਦੇ ਹੁੰਦੇ। ਜੀ, ਮੈਂ ਉਹਦਾ ਜਵਾਬ ਨਹੀਂ ਦਿੱਤਾ, ਮੈਂ ਕਿਉਂਕਿ ਕੁਛ ਹੋਰ ਵੀ ਮੈਂ ਕਿ ਬੰਦਿਆਂ ਦੇ ਹੁੰਦੇ ਆ ਤੇ ਫਿਰ ਇਕੱਲੇ ਨੂੰ ਜਵਾਬ ਦੇਣਾ ਠੀਕ ਨਹੀਂ ਹੁੰਦਾ। ਇੱਕ ਸਾਡੇ ਸੱਜਣ ਹੋਰ ਹੈ, ਉਹ ਆਪਣੇ ਜ਼ਿਲ੍ਹੇ ਨਾਲ ਹੀ ਸੰਬੰਧਿਤ ਹੈ, ਉਹਨੇ ਕਿਹਾ ਜੀ ਕੱਲ੍ਹ ਤੁਸੀਂ ਜਿਹੜਾ ਹੈਗਾ ਨਾ ਪ੍ਰੋਗਰਾਮ ਜਿਹੜਾ ਕੀਤਾ ਹੈ ਉਹਦੇ ਵਿੱਚ ਤਾਂ ਕਹਿੰਦੇ ਜੀ ਤੁਸੀਂ ਬਾਹਲਾ ਕਰਤਾ ਤੇ ਕੈਪਟਨ ਅਮਰਿੰਦਰ ਸਿੰਘ ਤਾਂ ਵਰਕਰਾਂ ਦੀ ਕਦਰ ਹੀ ਨਹੀਂ ਕਰਦਾ। ਤੇ ਸਿੱਧੂ ਦੀ ਮਤਲਬ ਵੀ ਉਹਨੂੰ ਚੁਭੀ ਗੱਲ ਸੀ। ਸਿੱਧੂ ਜਿਹੜਾ ਸਧਾਰਨ ਬੰਦਾ ਨਹੀਂ ਹੈ। ਸਿੱਧੂ ਜਿਸ ਵੇਲੇ ਪਾਕਿਸਤਾਨ ਦੇ ਵਿੱਚ ਗਿਆ ਹੈ ਜੀ, ਔਰ ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ, ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹ ਗਿਆ ਹੈ, ਜੋ ਉਹਨੇ ਪ੍ਰਾਪਤੀ ਕੀਤੀ ਹੈ, ਮੇਰਾ ਖਿਆਲ ਹੈ ਸਭ ਤੋਂ ਜ਼ਿਆਦਾ ਉਹਦੀ ਪ੍ਰੇਜ਼ ਕਰਨ ਵਾਲੇ ਅਸੀਂ ਲੋਕ ਸੀ। ਜੀ, ਆਪਾਂ ਕਿਹਾ ਸੀ ਕਿ ਸਿੱਧੂ ਦੀ ਇਹ ਪ੍ਰਾਪਤੀ ਹੈ। ਸਿੱਧੂ ਇੱਕ ਰਾਜਨੀਤਿਕ ਆਦਮੀ ਹੈ। ਸਿੱਧੂ ਨੇ ਕੁਝ ਮੁੱਦੇ ਰੇਜ਼ ਕੀਤੇ, ਜੀ, ਕੁਝ ਇਸ਼ੂ ਰੇਜ਼ ਕੀਤੇ ਕਿ ਸਾਡੇ ਆਹ ਇਸ਼ੂ ਹੈ ਜੀ ਤੇ ਇਹਨਾਂ ਇਸ਼ੂਆਂ ਤੇ ਗੱਲ ਕਰੋ। ਹੁਣ ਸਿੱਧੂ ਬਣ ਗਿਆ ਪ੍ਰਧਾਨ। ਜੀ, ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਨੇ ਅਤੀਤ ਦੇ ਵਿੱਚ ਜੋ ਕਿਹਾ ਕਿ ਬੰਦਾ ਜਿਹੜੀ ਪਾਰਟੀ 'ਚ ਜਾਂਦਾ ਉਹੀ ਸ਼ੇਅਰ, ਜੇ ਤਾਂ ਉਸ ਪਾਰਟੀ 'ਚ ਜਾਂਦਾ ਤਾਂ ਨਰਿੰਦਰ ਮੋਦੀ ਦੀ ਪਾਰਟੀ 'ਚ ਤਾਂ ਉਹ ਸ਼ੇਅਰ ਉੱਥੇ ਟੁਕਦੇ ਸੀ, ਉਹੀ ਸ਼ੇਅਰ ਆ ਕੇ ਸੋਨੀਆ ਗਾਂਧੀ ਤੇ ਟੁਕਣ ਲੱਗੇ। ਜੇ ਉਧਰਲੇ ਪਾਸੇ ਸੀ ਉੱਥੇ ਪੱਪੂ ਵੀ ਸੀ, ਉੱਥੇ ਮੁੰਨੀ ਵੀ ਸੀ, ਉੱਥੇ ਸਰਦਾਰ ਵੀ ਜਿਹੜਾ ਅਸਰਦਾਰ ਹੈ ਨਹੀਂ ਸੀਗਾ। ਉਹ ਸਾਰੀਆਂ ਗੱਲਾਂ ਆ ਗਈਆਂ। ਅਸੀਂ ਪੱਤਰਕਾਰ ਹਾਂ, ਅਸੀਂ ਅੱਗਾ ਪਿੱਛਾ ਸਾਰਾ, ਅਸੀਂ ਕਿਸੇ ਪਾਰਟੀ ਦੇ ਸਪੋਕਸ ਪਰਸਨ ਨਹੀਂ, ਜੀ ਜੀ, ਕਿਸੇ ਲੀਡਰ ਦੇ ਅਸੀਂ ਸਪੋਕਸ ਪਰਸਨ ਨਹੀਂ, ਅਸੀਂ ਉਹਨਾਂ ਦੀ ਵਕਾਲਤ ਨਹੀਂ ਕਰਨੀ। ਅਸੀਂ ਕਿਉਂਕਿ ਕੱਲ੍ਹ ਨੂੰ ਇਹ ਗੱਲਾਂ ਆਉਣਗੀਆਂ। ਅੱਜ ਹੁਣ ਤੁਸੀਂ ਦੇਖ ਲਓ ਨਵਜੋਤ ਸਿੰਘ ਸਿੱਧੂ ਕੱਲ੍ਹ ਤੁਰੇ, ਮੈਂ ਕਿਹਾ ਸੀ ਕਿ ਕਿਸਾਨ ਅੰਦੋਲਨ ਨੇ ਬਹੁਤ ਕੁਝ ਦਿੱਤਾ ਹੈ ਜੀ। ਅੱਜ ਹੀ ਨਵਜੋਤ ਸਿੰਘ ਸਿੱਧੂ ਜਦੋਂ ਖਟਕੜ ਕਲਾਂ ਦੀ ਧਰਤੀ ਤੇ ਗਿਆ, ਉੱਥੇ ਵਿਰੋਧ ਹੋ ਗਿਆ। ਇਹ ਉਹੀ ਖਟਕੜ ਕਲਾਂ ਦੀ ਧਰਤੀ ਹੈ ਜਿੱਥੇ ਕਦੇ ਮਨਪ੍ਰੀਤ ਸਿੰਘ ਬਾਦਲ ਗਿਆ ਸੀ ਤੇ ਇਹਨੇ ਮੁੱਠੀ ਚੁੱਕੀ ਸੀ। ਭਗਵੰਤ ਮਾਨ ਗਿਆ, ਉਹਨੇ ਵੀ ਚੁੱਕੀ ਸੀ, ਮੁੱਠੀ ਮਿੱਟੀ ਦੀ ਚੁੱਕੀ ਸੀ ਕਿ ਅਸੀਂ ਇਹਦੀ ਕਸਮ ਖਾਣੇ। ਕਿੱਥੇ ਆ ਉਹ ਕਸਮਾਂ ਤੇ ਕਿੱਥੇ ਆ ਉਹ ਵਾਅਦੇ? ਅੱਜ ਉਸੇ ਭਗਤ ਸਿੰਘ ਦੀ ਸਮਾਧ ਦੇ ਉੱਤੇ ਜਾਂਦੇ ਆ ਨਵਜੋਤ ਸਿੰਘ ਸਿੱਧੂ, ਤੇ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕਰਨ ਵਾਸਤੇ ਉੱਥੇ ਕਿਸਾਨ ਜਿਹੜੇ ਇਕੱਤਰ ਹੋ ਗਏ ਜੀ। ਪ੍ਰਸ਼ਾਸਨ ਨੇ ਕਹਿੰਦਾ ਤੁਹਾਡੀ ਗੱਲ ਕਰਾਵਾਂਗੇ। ਉਹਨਾਂ ਨਾਲ ਗੱਲ ਕੀਤੇ ਤੋਂ ਬਗੈਰ ਜਦੋਂ ਨਵਜੋਤ ਸਿੰਘ ਸਿੱਧੂ ਤੁਰ ਗਿਆ, ਤੇ ਅੱਜ ਪਹਿਲਾ ਟਾਈਮ ਹੈ, ਹਾਲੇ ਉਹਨੇ ਟੇਕ ਓਵਰ ਕੀਤਾ
ਕਰਨਾ ਹੈ, ਕੀਤਾ ਨਹੀਂ ਟੇਕ ਓਵਰ, ਤੇ ਲੋਕਾਂ ਨੇ ਅੱਜ ਉੱਥੇ ਪ੍ਰੋਟੈਸਟ ਕੀਤਾ, ਕਿਸਾਨਾਂ ਨੇ ਪ੍ਰੋਟੈਸਟ ਕੀਤਾ ਜੀ। ਸੋ ਸਾਡੇ ਸੱਜਣਾਂ ਨੂੰ ਸਿਨੇਮਰ ਬੇਨਤੀ ਹੈ ਕਿ ਸਾਥੋਂ ਇਹ ਕਦੇ ਵੀ ਆਸ ਨਾ ਰੱਖਿਓ, ਸਾਥੋਂ ਕਦੇ ਵੀ ਆਸ ਨਾ ਰੱਖਿਓ ਕਿ ਅਸੀਂ ਕਿਸੇ ਪਾਰਟੀ, ਕਿਸੇ ਲੀਡਰ ਦੀ ਐਡਵੋਕੇਸੀ ਕਰਾਂਗੇ, ਕਿਸੇ ਦੀ ਵਕਾਲਤ ਕਰਾਂਗੇ। ਨਾ ਕਾਹੂ ਸੇ ਦੋਸਤੀ ਤੇ ਨਾ ਕਾਹੂ ਸੇ ਬੈਰ। ਜੀ। ਹੁਣ ਨਵਜੋਤ ਸਿੰਘ ਸਿੱਧੂ ਰੂਲਿੰਗ ਪਾਰਟੀ ਦਾ ਪ੍ਰੈਜ਼ੀਡੈਂਟ ਹੈ, ਉਹ ਹੁਣ ਸਧਾਰਨ ਐਮਐਲਏ ਨਹੀਂ ਰਿਹਾ, ਉਹ ਰੂਲਿੰਗ ਪਾਰਟੀ ਦਾ ਪ੍ਰੈਜ਼ੀਡੈਂਟ ਹੈ। ਉਹਦੇ ਤੇ ਜ਼ਿੰਮੇਵਾਰੀਆਂ ਜਿਹੜੇ ਉਹਨੇ ਲੋਕਾਂ ਦੇ ਨਾਲ ਪ੍ਰੋਮਿਸ ਕੀਤੇ ਸੀ, ਜਿਹੜੇ ਉਹਨੇ ਕਿਹਾ ਸੀਗਾ ਲੀਕਰ ਮਾਫੀਆ, ਅੱਜ ਅਸੀਂ ਦੇਖਣਾ ਕਿ ਉਹਦੇ ਨਾਲ ਲੀਕਰ ਮਾਫੀਆ ਵਾਲੇ ਹੋਣਗੇ ਕਿ ਨਹੀਂ ਹੋਣਗੇ। ਨਹੀਂ ਹੋਣਗੇ ਵੀ ਦੇਖਣੇ। ਜਿਹੜਾ ਸੈਂਡ ਮਾਫੀਆ ਦੀ ਗੱਲ ਕੀਤੀ ਸੀ, ਰੇਤਾ ਬਜਰੀ ਦਾ, ਉਹਦੇ ਨਾਲ ਹੋਣਗੇ। ਕੱਲ ਅਸੀਂ ਗੱਲਾਂ ਕਰਤੀਆਂ ਸੀ ਕਿ ਕੌਣ ਬੰਦੇ ਬੈਠੇ। ਫਿਰ ਅਗਲੇ ਪਾਸੇ ਆਉਂਦਾ ਹੈ ਕਿ ਜਿਹੜਾ ਟਰਾਂਸਪੋਰਟ ਮਾਫੀਆ ਸੀ, ਇਹ ਸਾਰੀਆਂ ਚੀਜ਼ਾਂ ਇਹਦੇ ਕੋਲ ਕੁੱਲ ਮਿਲਾ ਕੇ ਮਹੀਨੇ 3 ਹੈ ਜੀ। ਆ ਜੁਲਾਈ ਦਾ ਮਹੀਨਾ ਹੈ, ਇਹ ਤਾਂ ਚਾਹ ਵਾਲਾ ਹੀ ਹੈ। ਜੁਲਾਈ ਤੋਂ ਬਾਅਦ ਅਗਸਤ, ਸਤੰਬਰ ਤੇ ਅਕਤੂਬਰ ਜੀ, 3 ਮਹੀਨਿਆਂ ਦੇ ਵਿੱਚ ਉਸ ਬੰਦੇ ਨੂੰ ਪਰਫਾਰਮੈਂਸ ਦਿਖਾਉਣੀ ਪੈਣੀ ਹੈ। ਦੇਖੋ ਜੀ, ਇਹ ਤਾਂ ਸਿੱਧੀ ਗੱਲ ਆ ਵੀ ਜਿਵੇਂ ਕਹਿੰਦੇ ਹੁੰਦੇ ਨਾ ਵੀ ਜਿਹੜੀ ਨਹੁੰ ਆਈ ਹੁੰਦੀ ਹੈ, ਉਹਦਾ ਜੇ ਤਾਂ ਘਰੇ ਸੱਸ ਹੋਵੇ ਤਾਂ ਮਹੀਨਾ ਚਾਹ ਪੂਰਾ ਹੋ ਜਾਂਦਾ ਹੈ, ਤੇ ਜੇ ਉਹ ਕੱਲੀ ਕਹਿਰੀ ਚੁੱਲ੍ਹੇ ਤੇ ਹੋਵੇ ਆਪਣੇ ਢਿੱਲੋਂ ਸਾਹਿਬ, ਉਹਦਾ ਤਾਂ ਫਿਰ ਚੂੜਾ ਵੀ ਨਹੀਂ ਲੈਂਦਾ, ਮਹਿੰਦੀ ਵੀ ਲੈਂਦੀ, ਚੁੱਲ੍ਹੇ ਤੇ ਬਹਿਣਾ ਪੈਂਦਾ। ਬਿਲਕੁਲ, ਇਹ ਤਾਂ ਉਹ ਆ ਹਾਲ। ਹੁਣ ਚੁੱਲ੍ਹੇ ਤੇ ਬਹਿਣਾ 15 ਦਿਨ ਵੀ ਕਹੀ ਜਾਂਦੇ, ਮੈਂ ਤਾਂ ਕਹਿੰਦਾ ਵੀ ਚੁੱਲ੍ਹੇ ਤੇ ਬਹਿਣਾ ਪਊ। ਕੱਲ ਅੱਜ ਜਿਹੜੇ ਘੁੰਮ ਲਿਆ, ਕੱਲ ਤੋਂ ਤਾਂ ਚੁੱਲ੍ਹੇ ਤੇ ਬਹਿਣਾ ਪਊ। ਇਹ ਪਰਫਾਰਮੈਂਸ ਦਿਖਾਉਣੀ ਪੈਣੀ ਹੈ। ਹੁਣ ਇਹ ਨਹੀਂ ਕਿ ਚੰਗਾ ਜੀ ਲੋਕਾਂ ਦੇ ਘਰਾਂ ਦੇ ਵਿੱਚ ਜਾਓ ਤੇ ਜਾ ਕੇ ਆਪਾਂ ਉੱਥੇ ਕਰੂ ਵੀ ਤੂੰ ਮੈਨੂੰ ਵਧਾਈਆਂ ਦੇ, ਤੂੰ ਵਧਾਈਆਂ ਲੈਣ ਨਹੀਂ ਜਾਣਾ ਪੈਣਾ। ਹੁਣ ਤਾਂ ਲੋਕਾਂ ਦੇ ਵਿੱਚ ਜਾ ਕੇ ਜਾਣਾ ਪੈਣਾ। ਮੈਂ ਇਹਦੇ ਤੇ ਗੱਲ ਕਰਨੀ ਚਾਹੂੰਗਾ। ਤੁਸੀਂ ਦੇਖਿਆ ਹੋਣਾ ਇੱਕ ਬਾਬਾ ਹੈ ਜੀ, ਮੋਗੇ ਦਾ, ਪੁੱਤ ਉਹਦਾ ਮਰ ਗਿਆ ਸੀ ਐਕਸੀਡੈਂਟ 'ਚ। ਪੋਤਾ ਤੇ ਪੋਤੀ ਹੈ ਛੋਟੇ ਜੀ। ਉਹ ਬੰਦਾ ਸਬਜ਼ੀ ਵੇਚ ਕੇ, ਸੁੱਕੀ ਸਬਜ਼ੀ, ਗੰਢੇ ਤੇ ਆਲੂ, ਉਹ ਵੇਚ ਕੇ ਆਪਣੇ ਬੱਚੇ ਪਾਲਦਾ ਹੈ, ਪੋਤੇ ਪੋਤੀ ਨੂੰ ਪਾਲਦਾ। ਉਮਰ ਕਿੰਨੀ ਹੈ? 100 ਸਾਲ ਤੋਂ ਉੱਪਰ ਹੈ। ਉਹ ਸੋਸ਼ਲ ਮੀਡੀਆ ਤੇ ਦੀ ਤਸਵੀਰ ਵਾਇਰਲ ਹੋ ਗਈ। ਚੰਡੀਗੜ੍ਹੋਂ ਹੁਕਮ ਹੋ ਗਿਆ ਕਪਤਾਨ ਸਾਹਿਬ ਦਾ, ਡੀਸੀ ਸਾਹਿਬ ਨੇ ਬੁਲਾ ਲਿਆ ਬਜ਼ੁਰਗ ਨੂੰ, ਬਜ਼ੁਰਗੋ ਤੁਹਾਨੂੰ 5 ਲੱਖ ਰੁਪਈਆ ਦੇਣੇ ਆ ਜੀ। ਕਪਤਾਨ ਸਾਹਿਬ ਨੇ ਤੁਹਾਡੇ ਵਾਸਤੇ ਇਹ ਮਿਹਰਬਾਨੀ ਕੀਤੀ ਹੈ, ਆਪਦੇ ਕੀਤਾ ਮਿਹਰਬਾਨੀ ਕੀਤੀ ਹੈ, ਤੇ ਤੁਸੀਂ ਇਹ ਲੈ ਲਓ। ਤੇ ਉਹਦਾ ਜੀ ਮੈਨੂੰ ਕੋਈ ਲੋੜ ਨਹੀਂ, ਮਿਹਨਤ ਕਰੂੰਗਾ, ਮੈਂ ਬੱਚਿਆਂ ਨੂੰ ਪਾਲੂੰਗਾ। ਉਹ ਉੱਠ ਕੇ ਤੁਰਨ ਲੱਗਿਆ। ਉਹ ਕਹਿੰਦਾ ਡੀਸੀ ਸਾਹਿਬ ਇੱਕ ਗੱਲ ਸੁਣ ਲਓ ਮੇਰੀ, ਕਪਤਾਨ ਸਾਹਿਬ ਨੂੰ ਨਾ ਇੱਕ ਮੇਰਾ ਸੁਨੇਹਾ ਲਾ ਦਿਓ। ਮੈਂ ਜ਼ਮੀਨ ਲੈ ਲਈ ਸੀ, ਜ਼ਮੀਨ ਲੈ ਲਈ, ਬੈ ਕਰਾ ਲਈ, ਰਜਿਸਟਰੀ ਮੈਂ ਕਰਵਾ ਲਈ, ਤੇ ਅਜੇ ਤੱਕ ਇੰਤਕਾਲ ਨਹੀਂ ਹੋਇਆ। ਤੇ ਕਪਤਾਨ ਸਾਹਿਬ ਨੂੰ ਕਹਿ ਦਿਓ ਇੰਤਕਾਲ ਕਰਾ ਦਿਓ। ਸੋ ਸਾਡੇ ਸੱਜਣਾਂ ਨੂੰ ਬੇਨਤੀ ਹੈ ਕਿ ਜਿਹੜੇ ਆ ਇੰਤਕਾਲ ਵਾਲੀ ਗੱਲ ਹੈ ਨਾ, ਇਹ ਇੰਤਕਾਲ ਜਿਹੜੀ ਪ੍ਰੋਬਲਮ ਆ ਹੈ, ਇੱਥੇ ਕੋਈ ਪੈਸੇ ਨਹੀਂ ਲੱਗਦੇ। ਇੱਥੇ ਨਵਜੋਤ ਸਿੰਘ ਸਿੱਧੂ ਦੇ ਪੈਸੇ ਨਹੀਂ ਲੱਗਦੇ, ਕਿਸੇ ਐਮਐਲਏ ਦੇ ਪੈਸੇ ਨਹੀਂ ਲੱਗਦੇ। ਜਿਹੜੇ ਐਮਐਲਏ ਜਿਹੜੇ ਅੱਜ ਕੱਲ ਤੱਕ ਕਪਤਾਨ ਦੇ ਨਾਲ ਸੀ, ਅੱਜ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਹੈ ਜੀ। ਕੱਲ ਆਪਾਂ ਦੇਖੀਏ ਕਿਵੇਂ ਫਿਰਦੇ ਸੀ ਐਮਐਲਏ ਸਾਰੇ ਹੈ, ਲੇਕਿਨ ਲੋਕਾਂ ਦੇ ਇੰਤਕਾਲ ਅਜੇ ਉੱਥੇ ਦੇ ਉੱਥੇ ਹੀ ਖੜੇ ਹੈ। ਲੋਕਾਂ ਦੀਆਂ ਗਰਦੌਰੀਆਂ ਉੱਥੇ ਦੀ ਉੱਥੇ ਖੜੀਆਂ। ਉੱਥੇ ਬਗੈਰ ਪੈਸੇ ਤੋਂ ਕੰਮ ਨਹੀਂ ਹੁੰਦਾ ਜੀ। ਉੱਥੇ ਤਹਿਸੀਲਦਾਰ ਹੈ, ਉੱਥੇ ਰੈਵਨਿਊ ਆਫੀਸਰ ਹੈ, ਉੱਥੇ ਬਿਜਲੀ ਵਾਲੇ, ਉਹ ਸਾਰੇ ਦੇ ਸਾਰੇ ਪੈਸੇ ਉਵੇਂ ਹੀ ਜਾਂਦੇ ਥੱਲੇ ਤੋਂ ਲੈ ਕੇ ਉੱਪਰ ਤੱਕ। ਬਿਲਕੁਲ ਇਹ ਨਹੀਂ, ਮੈਂ ਹੁਣ ਲਿਖਿਆ ਜੀ, ਮੋਰੀਆਂ ਬੰਦ ਕਰੋ। ਮੇਰੀ ਗੱਲ ਸੁਣੋ, ਮੋਰੀਆਂ ਤਾਂ ਹੁਣ ਤੁਹਾਡੇ ਸਾਹਮਣੇ। ਹੁਣ ਮੈਂ ਪਾਤਾ ਵੀ ਭਾਈ ਇੱਕ ਮਾਲਵੇ ਦੇ ਮੰਤਰੀ ਦੇ ਕਥਿਤ ਕਹਾਉਂਦੇ ਨਜ਼ਦੀਕੀ ਜਿਹੜੇ ਆਪਦੇ ਘਰਾਂ ਦੇ ਡਰਾਇੰਗ ਰੂਮਾਂ ਦੇ ਵਿੱਚ ਤਸਵੀਰਾਂ ਲਾਈ ਬੈਠੇ ਆ ਮੰਤਰੀਆਂ ਨਾਲ, ਉਹ ਲੋਕਾਂ ਤੋਂ ਪੈਸੇ ਲਈ ਜਾਂਦੇ ਆ। ਕਹਿੰਦੇ ਤੁਸੀਂ ਨਾਂ ਨਹੀਂ ਲੈਂਦੇ ਮੰਤਰੀ ਦਾ, ਬੜੇ ਕਹੀ ਜਾਂਦੇ। ਮੈਂ ਕਿਹਾ ਭਾਈ ਮੰਤਰੀ ਦਾ ਨਾਂ ਉਹ ਲੈਂਦੇ ਆ ਨਾ, ਕਹਿੰਦੇ ਵੀ ਅਸੀਂ ਦੇਵਾਂਗੇ, ਸਾਡੇ ਨਾਲ ਗੱਲ ਕਰੋ। ਹੁਣ ਮੰਤਰੀ ਤਾਂ ਹਜੇ ਵਿੱਚ ਨਹੀਂ ਆਇਆ, ਪਰ ਲੋਕਾਂ ਨੂੰ ਤਾਂ ਮੈਂ ਇਹ ਕਹਿਤਾ ਵੀ ਭਾਈ ਇਹਨਾਂ ਤੋਂ ਬਾਜੋ, ਇਹ ਐਵੇਂ ਪੈਸੇ ਲਈ ਜਾਂਦੇ ਆ। ਕਿਉਂਕਿ ਉਹਦੇ ਵਿੱਚ ਇੱਕ ਲਿੰਕ ਨਹੀਂ ਨਾ ਬਣਦਾ, ਪਰ ਉਹ ਤਾਂ ਕਹਿੰਦੇ ਵੀ ਅਸੀਂ ਤੁਹਾਡੀ ਕਰਾ ਕੇ ਦੇਵਾਂਗੇ, ਪਰ ਮੰਤਰੀ ਦੇ ਨਾਂ ਤੇ ਲੈ ਰਹੇ ਆ, ਮੰਤਰੀ ਤਾਂ ਨਹੀਂ ਨਾ ਲੈ ਰਿਹਾ। ਇਹਦੇ 'ਚ ਵੀ ਫਰਕ ਹੈ ਇੱਕ। ਬਿਲਕੁਲ, ਉਹਦੇ ਨਾਂ ਤੇ ਲੈਣੇ ਤਾਂ ਕਿਉਂ ਫਿਰ ਮੰਤਰੀ ਦਾ ਨਾਂ ਅਸੀਂ ਕਿਵੇਂ ਲਵਾਂਗੇ? ਲੈ ਹੀ ਨਹੀਂ ਜਾ ਸਕਦਾ। ਐਥਿਕਸ ਜਿਹੜੇ ਅਲਾਉ ਨਹੀਂ ਕਰਦੇ। ਹੁਣ ਜਿਹੜੇ ਬੰਦੇ ਨੂੰ ਪੱਤਰਕਾਰਤਾ ਦਾ ਊੜੇ ਤੋਂ ਆੜਾ ਨਹੀਂ ਪਤਾ, ਉਹ ਤਾਂ ਸਿੱਧੇ ਲੱਗ ਤੂੰ ਨਾਂ ਨਹੀਂ ਲੈਂਦਾ, ਇਹ ਕਾਹਦੀ ਹੈ, ਝੱਗ ਸਿੱਟਦੀ, ਫਲਾਨਾ ਕਰਤਾ। ਉਹ ਮੈਂ ਕਿਹਾ ਇਹ ਤੁਹਾਨੂੰ ਪਤਾ ਵੀ ਕੀ ਗੱਲ ਮੂੰਹ ਚੋਂ ਨਿਕਲੀ ਕਿੱਡੀ ਗਾ। ਮੈਂ ਤੁਹਾਨੂੰ ਦੱਸਤਾ ਵੀ ਪੈਸੇ ਲੈ ਰਹੇ ਲੋਕ, ਭਾਈ ਸੰਭਲ ਜੋ, ਬਚ ਜੋ, ਐਵੇਂ ਨਾ ਕਿਸੇ ਤੋਂ ਠੱਗੀ ਪਟਾ ਲਿਓ। ਇਹਨਾਂ ਦੀਆਂ ਤਸਵੀਰਾਂ ਦੇਖ ਕੇ ਨਾ ਕਿਸੇ ਦੇ ਭਲੇਚੇ ਚ ਆ ਜਾਓ। ਉਹਨੇ ਨਹੀਂ, ਤਸਵੀਰਾਂ ਹੋਰ ਚੀਜ਼ਾਂ ਹੁੰਦੀਆਂ, ਤਸਵੀਰਾਂ ਦਾ ਤੁਰੇ ਜਾਂਦੇ। ਤੁਸੀਂ ਕਿਸੇ ਨਾਲ ਹੀ ਖੜ ਜਾਓ। ਜੇ ਹੁਣ ਆਪਾਂ ਇੱਥੇ ਕਹਿ ਦਈਏ ਕੀ ਹੈ ਵੀ ਤੁਹਾਡੇ ਨਾਲ ਕੋਈ ਬੰਦੇ ਆ ਕੇ ਤੁਹਾਡੇ ਨਾਲ ਖੜ ਗਿਆ, ਤਸਵੀਰ ਕਿਸੇ ਨੇ ਲੈ ਲਈ, ਉਹ ਥੋੜਾ ਹੀ ਹੈ। ਇਹ ਤਸਵੀਰਾਂ ਆਪਦੀ ਥਾਂ ਤੇ ਆਪਣੇ ਨਾਲ। ਹੁਣ ਕੱਲ ਨੂੰ ਆਖੇ ਜੀ ਮੈਂ ਇੱਥੇ ਇੱਕ ਬੰਦਾ ਮੈਨੂੰ ਕਹਿੰਦਾ ਜੀ ਮੈਂ ਤੁਹਾਡੇ ਲੋਗੋ ਨਾਲ ਫੋਟੋ ਖਿਚਾ ਲਾ। ਮੈਂ ਕਿਹਾ ਬਿਲਕੁਲ ਨਹੀਂ, ਮੇਰੇ ਨਾਲ ਖਿਚਾ ਲਾ। ਮੈਂ ਕਿਹਾ ਲੋਗੋ ਨਾਲ ਖਿੱਚ ਲਈ, ਤੂੰ ਤਾਂ ਪੱਤਰਕਾਰ ਬਣ ਗਿਆ। ਬਿਲਕੁਲ। ਸੋ ਇਹ ਚੀਜ਼ਾਂ ਦਾ ਫਰਕ ਹੈ। ਮਤਲਬ ਗੱਲ ਇਹ ਹੈ ਕਿ ਜਿਹੜੀ ਪਰਫਾਰਮ ਕਰਨ ਦਾ ਸਮਾਂ, ਕਿਉਂਕਿ ਹੁਣ ਜਵਾਬਦੇਹੀ ਜਿਹੜੀ ਹੈਗੀ ਆ ਉਹਦੇ ਤੇ ਇੰਪਲੀਮੈਂਟ ਹੋਣੀ ਸ਼ੁਰੂ ਹੋ ਗਈ ਨਵਜੋਤ ਸਿੰਘ ਸਿੱਧੂ ਤੇ। ਹੁਣ ਅਸੀਂ ਉਹਨੂੰ ਚੜਾ ਦਈਏ ਅਸਮਾਨ ਦੇ ਉੱਤੇ ਕਿ ਬਹੁਤ ਵਧੀਆ ਸਭ ਕੁਝ ਹੋ ਜਾਊਗਾ, ਜਿਵੇਂ ਮਨਪ੍ਰੀਤ ਸਿੰਘ ਬਾਦਲ। ਤੇ ਤੁਸੀਂ ਫਿਰ ਕਹੋਗੇ ਤੁਸੀਂ ਉਹਦੀ ਕਰਦੇ ਸੀ। ਅਸੀਂ ਹੁਣੇ ਇਹ ਦੱਸਦੇ ਕਿ ਆਹ ਚੀਜ਼ਾਂ ਸਾਹਮਣੇ ਪਾਈ, ਇਹ ਕਰਕੇ ਦਿਖਾਓ। ਜੇ ਤੁਸੀਂ 3 ਮਹੀਨਿਆਂ 'ਚ ਪਰਫਾਰਮ ਕਰ ਦੋਗੇ, ਤੁਹਾਨੂੰ ਤਾਂ ਲੋੜ ਹੀ ਨਹੀਂ, ਪੈਸੇ ਲਾਉਣ ਦੀ ਵੀ ਲੋੜ ਨਹੀਂ। ਤੁਸੀਂ ਮਾਰੋ ਰੇਡਾਂ ਜਾ ਕੇ, ਦਫ਼ਤਰਾਂ 'ਚ ਮਾਰੋ ਰੇਡਾਂ। ਕਾਂਗਰਸ ਦਾ ਪ੍ਰੈਜ਼ੀਡੈਂਟ ਹੋਵੇ, ਨਾਲ ਲਓ 2 MLA ਜਾ ਕੇ ਪੁੱਛੋ ਤਹਿਸੀਲਦਾਰ ਨੂੰ
ਕਿਉਂ ਲੋਕਾਂ ਤੋਂ ਪੈਸੇ ਲੈਣਾ? ਤਹਿਸੀਲਦਾਰ ਦੱਸੂਗਾ ਕਿਹੜੇ ਮੰਤਰੀ ਨੂੰ ਦੇਣਾ, ਕਿਹੜੇ ਐਮਐਲਏ ਨੂੰ ਦੇਣਾ। ਜਿਹੜੇ ਚਾਹੇ ਹਲਕਿਆਂ ਦੇ ਇੰਚਾਰਜ ਆ ਚਾਹੇ ਮੰਤਰੀ ਆ, ਰੌਲਾ ਕੀ ਪਈ ਜਾਂਦਾ? ਰੌਲਾ ਪਈ ਜਾਂਦਾ। ਹੁਣ ਹਰਵਿੰਦਰ ਸਿੰਘ ਲਾਡੀ ਨੇ ਇੱਕ ਚਿੱਠੀ ਲਿਖਤੀ ਮੁੱਖ ਮੰਤਰੀ ਨੂੰ, ਉਹ 3 ਮੈਂਬਰੀ ਕਮੇਟੀ ਕੋਲੇ ਵੀ ਜਾਇਆ। ਉਹ ਕਹਿੰਦਾ ਜੀ ਮੇਰੇ ਹਲਕੇ ਦੇ ਵਿੱਚ ਵਿੱਤ ਮੰਤਰੀ ਨੇ SHO ਆਪਦੇ ਲਾ ਲਈ, ਮੇਰੇ ਹਲਕੇ ਦੇ ਵਿੱਚ ਆ ਕੇ ਵਿੱਤ ਮੰਤਰੀ ਜਿਹੜੇ ਹੈਗੇ ਉਹ ਭਾਲਦਾ ਹੈ, ਮਤਲਬ ਜਿਹੜੇ ਉੱਥੋਂ ਕਮਾਈ ਕਰਦਾ। ਇਹਦਾ ਮਤਲਬ ਕਹਿੰਦਾ ਮੇਰਾ ਹਲਕਾ ਹੱਕ ਮੇਰਾ ਬਣਦਾ। ਮੰਨ ਰਹੇ ਹੋ ਨਾ ਵੀ ਇਹ ਸਾਰਾ ਕੁਝ ਹੁੰਦਾ ਹੈ। ਇਹ ਰੋਕਣਾ ਕੀ ਨੇ? ਇਹਦਾ ਪਾਰਟੀ ਪ੍ਰਧਾਨ ਨੇ ਰੋਕਣਾ। ਆਹ ਚੀਜ਼ਾਂ ਹੈਗੀਆਂ ਜਿਹੜੀਆਂ ਦੇਖੋ ਇੱਥੇ ਇੱਕ ਚੀਜ਼ ਦੇਖੀਏ ਕਿ ਜੇ ਪਿਛਲੇ ਸਮੇਂ ਦੇਖੀਏ ਨਾ ਕਿ CM ਅੱਗੇ ਪਾਰਟੀ ਪ੍ਰਧਾਨ ਬਹੁਤ ਸਟਰੋਂਗ ਹੁੰਦੇ ਸੀ। ਹਾਂਜੀ, CM ਨੂੰ ਵੀ ਹਾਜ਼ਰ ਹੋ ਕਹਿ ਲੈਂਦੇ ਸੀ, ਪਰ ਹੁਣ ਹੈ ਨਹੀਂ। ਹੁਣ ਤਾਂ ਕਹਿੰਦੇ ਨੇ ਵੀ ਬਸ ਦਾਨੇਵਾਲੀਆ ਸਾਹਿਬ ਉਦੋਂ ਜਿਹੜੇ ਪਾਰਟੀ ਪ੍ਰਧਾਨ ਹੁੰਦੇ ਸੀ ਉਹ ਲੋਕਾਂ ਚੋਂ ਚੁਣੇ ਜਾਂਦੇ ਸੀ। ਅਕਾਲੀ ਦਲ ਦਾ ਪ੍ਰਧਾਨ ਹਮੇਸ਼ਾ ਥੱਲੇੋਂ ਡੈਲੀਗੇਟ ਚੁਣੇ ਜਾਂਦੇ ਸੀ। ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਂਦਾ ਸੀ, ਉਹ ਪਾਵਰਫੁਲ ਹੁੰਦਾ ਸੀ। ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਮੈਂ ਚੁਣੀ ਜੇ। ਹੁਣ ਜਿਹੜੀਆਂ ਨਾਮਜ਼ਦਗੀਆਂ ਹੁੰਦੀਆਂ, ਜਦੋਂ ਨਾਮਜ਼ਦਗੀ ਹੁੰਦੀ ਹੈ ਜਾਂ ਤੈਨੂੰ ਹਟਾਤਾ, ਜੇ ਜਦੋਂ ਹਟਾਉਣ ਵਾਲੀ ਗੱਲ ਹੀ ਆ ਗਈ, ਅਗਲਾ ਕਹਿੰਦਾ ਜੋ ਤੋਂ ਮਾਈ ਬਾਪ ਹੁਕਮ ਦੇਣਗੇ ਆਪਾਂ ਉਹੀ ਕਰਾਂਗੇ, ਉਹਦੇ ਮੁਤਾਬਕ ਕਰਨਗੇ। ਤੁਹਾਡੀ ਯਾਦ ਹੋਣਾ ਆਪ ਕ੍ਰਾਈਸਿਸ ਇੱਥੇ ਆਊਗਾ, ਹੁਣ ਪੰਜਾਬ ਦੇ ਵਿੱਚ ਵੀ ਕ੍ਰਾਈਸਿਸ ਆਊਗਾ। ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣੇ ਆ ਮੁੱਖ ਮੰਤਰੀ 77-78 ਦੇ ਵਿੱਚ, ਤੇ 80 ਦੇ ਵਿੱਚ ਮਤਲਬ ਜਿਹਨਾਂ ਦੀ ਸਰਕਾਰ ਤਾਂ ਡਿਸਮਿਸ ਹੋ ਗਈ ਸੀ, ਉਹ ਤਾਂ ਇੰਦਰਾ ਗਾਂਧੀ ਨਹੀਂ ਕਰ ਸਕੀਆਂ ਸੀ ਡਿਸਮਿਸ ਸਰਕਾਰਾਂ। ਲੇਕਿਨ ਉਹ ਤੋਂ ਪਹਿਲਾਂ ਤੁਸੀਂ ਯਾਦ ਰੱਖੋ ਅਕਾਲੀ ਦਲ ਦੇ ਇੱਕ ਪ੍ਰਧਾਨ ਨੇ ਮੈਮੋਰੰਡਮ ਦਿੱਤਾ ਸੀ, ਉਸ ਵੇਲੇ ਦੇ ਪ੍ਰਧਾਨ ਨੇ ਮੈਮੋਰੰਡਮ ਦਿੱਤਾ ਕਿ ਸੀ ਗਵਰਨਰ ਨੂੰ। ਇਹ ਕਿਹਾ ਸੀ ਕਿ ਜਿਹੜਾ ਮੇਰਾ ਮੁੱਖ ਮੰਤਰੀ ਤੇ ਸਾਡੀ ਪਾਰਟੀ ਦੀ ਸਰਕਾਰ ਹੈ ਕਰਪਟ ਹੈ, ਇਹ ਸਰਕਾਰ ਨੂੰ ਤੋੜੋ। ਉਹਨਾਂ ਜਥੇਦਾਰਾਂ ਦੇ ਵਿੱਚ ਜੁਰਤ ਸੀਗੀ। ਤੇ ਹੁਣ ਜਿਹੋ ਜਿਹੇ ਜਥੇਦਾਰ ਹੋਣਗੇ, ਜਿਹੋ ਜਿਹੇ ਪ੍ਰਧਾਨ ਹੋਣਗੇ, ਤਾਂ ਪ੍ਰਧਾਨਾਂ ਨੂੰ ਜਿਵੇਂ ਕਹਿਣਗੇ ਉਹ ਵੀ ਚੱਲਣਗੇ ਨਾ। ਹਾਂਜੀ, ਤੇ ਆਪਾਂ ਬਰਗਾੜੀ ਵਾਲੀ ਤੇ ਆ ਜਾਈਏ, ਕਿਉਂਕਿ ਥੋੜਾ ਜਿਹਾ ਇਹ ਵੀ ਜ਼ਰੂਰੀ ਸੀ ਆਪਾਂ ਨੂੰ ਆਪਣੀ ਜਿਹੜੀ ਪੋਜੀਸ਼ਨ ਸਪਸ਼ਟ ਕਰਨੀ। ਜਿਹੜੀ ਬਰਗਾੜੀ ਵਾਲੀ ਗੱਲ ਹੈ ਦਾਨੇਵਾਲੀਆ ਸਾਹਿਬ, ਅਸਲ ਦੇ ਵਿੱਚ ਬਰਗਾੜੀ ਵਾਲੇ ਕੇਸ ਇੱਕ ਨਹੀਂ 3-4 ਹੈ ਜੀ। ਇੱਕ ਕੇਸ ਤਾਂ ਉਹ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ। ਦੂਜਾ ਇਹ ਸੀ ਜਿਹੜੇ ਇਸ਼ਤਿਹਾਰ ਲਏ ਸੀ। ਬਾਕੀ ਕੇਸਾਂ ਨੂੰ ਛੱਡਦੇ ਆਪਾਂ ਇਹਦੇ ਤੇ ਇਕੱਲੇ ਇਸ਼ਤਿਹਾਰਾਂ ਵਾਲੇ ਤੇ ਆ ਜਾਈਏ। ਇਸ਼ਤਿਹਾਰਾਂ ਵਾਲੇ ਮਾਮਲੇ ਦੇ ਵਿੱਚ ਮਹਿੰਦਰਪਾਲ ਬਿੱਟੂ ਨੂੰ ਜਦੋਂ ਬਾਘਾ ਪੁਰਾਣ ਵਾਲੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਜੀ, ਉਹਦੀ ਪੁੱਛਗਿੱਛ ਕੀ ਹੋਈ ਹੈ, ਤੇ ਉਹਦੀ ਪੁੱਛਗਿੱਛ ਤੋਂ ਬਾਅਦ ਉਹਨਾਂ ਨੇ ਕੁਝ ਲੋਕ ਹੋਰ ਫੜ ਲਏ ਸੀ। ਆਪਾਂ ਦੋਨੇ ਗਏ ਸੀ, ਆਪਾਂ ਉੱਥੇ ਕਰਕੇ ਆਏ। ਫਰੀਦਕੋਟ ਦੇ ਕੋਲੇ ਪਿੰਡ ਹੈ, ਹਾਂਜੀ, ਉਸ ਪਿੰਡ ਦੇ ਵਿੱਚ ਗਏ ਸੀ। ਜਿਹੜੇ ਘਰ ਆਪਾਂ ਗਏ ਸੀ, ਸ਼ਕਤੀ ਸਿੰਘ ਤੇ ਸਨੀ 2 ਬੰਦੇ ਸੀ। ਹਾਂਜੀ, ਉਹਦੇ ਵਿੱਚੋਂ ਜਿਹੜੇ ਇਹਨਾਂ ਨੇ ਪੁਲਿਸ ਨੇ ਜਦੋਂ ਪੁੱਛ ਪੜਤਾਲ ਕੀਤੀ ਤੇ ਪੁਲਿਸ ਇਸ ਨਤੀਜੇ ਤੇ ਪਹੁੰਚ ਗਈ ਕਿ ਜਿਹੜੇ ਉਹ ਇਸ਼ਤਿਹਾਰ ਲੱਗੇ ਸੀ ਨਾ, ਉਹ ਇਸ਼ਤਿਹਾਰ ਸੁਖਵਿੰਦਰ ਸਿੰਘ ਸਨੀ ਨੇ ਲਿਖੇ ਹੋਏ ਸੀ ਜੀ। ਉਹ ਮਾਮਲਾ ਕਿਉਂਕਿ CBI ਕੋਲੇ ਚਲਾ ਗਿਆ ਸੀ। ਇਹਨਾਂ ਨੇ ਭਾਵੇਂ ਮਹਿੰਦਰਪਾਲ ਬਿੱਟੂ ਦੀ ਜਿਹੜੀ ਸਟੇਟਮੈਂਟ ਉਹਨੇ ਰਿਕਾਰਡ ਕਰਵਾਈ ਸੀਗੀ ਅਦਾਲਤ ਦੇ ਸਾਹਮਣੇ 164 ਦੇ ਤਹਿਤ, ਉਹਦਾ ਹਵਾਲਾ ਦੇ ਕੇ ਆਪਣੀ ਪੰਜਾਬ ਪੁਲਿਸ ਨੇ CBI ਨੂੰ ਕਹਿ ਦਿੱਤਾ ਕਿ ਲਓ ਜੀ ਤੁਸੀਂ ਇਹਦੀ ਪੁੱਛ ਪੜਤਾਲ ਕਰ ਲਓ ਜੀ। CBI ਵਾਲਿਆਂ ਨੇ ਆਪਣੇ ਲੈਵਲ ਤੇ ਉਹਦਾ ਜਿਹੜਾ ਹੈਂਡਰਾਈਟਿੰਗ ਹੈ ਜਿਹੜਾ ਉਹਨੂੰ ਐਗਜ਼ਾਮਨ ਕਰਵਾ ਲਿਆ FSL ਚੋਂ ਜੀ। ਐਗਜ਼ਾਮਨ ਕਰਾਉਣ ਤੋਂ ਬਾਅਦ ਉਹਨਾਂ ਨੇ ਕਲੀਨ ਚਿੱਟ ਦਿੱਤੀ ਜੀ ਇਹਨਾਂ ਦਾ ਕੋਈ ਕਸੂਰ ਨਹੀਂ। CBI ਤੁਹਾਨੂੰ ਪਤਾ ਵੀ ਜੋ CBI ਕੋਲੇ ਮਾਮਲਾ ਜਾਂਦਾ ਤੇ CBI ਆਪਣੀ FIR ਦਰਜ ਕਰਦੀ ਹੈ ਜੀ। ਲੇਕਿਨ ਜਦੋਂ ਪੰਜਾਬ ਦੇ ਕੋਲੇ ਮਾਮਲਾ ਤੇ ਪੰਜਾਬ ਦੀ FIR ਇੱਕ ਅਲੱਗ ਹੁੰਦੀ ਹੈ। ਉਹ FIR ਖਤਮ ਹੋ ਗਈ। ਜਿਹੜੀ ਇੱਥੇ ਹੁਣ ਦੁਬਾਰਾ ਫੇਰ ਪਰਮਾਰ ਵਾਲੀ SIT ਹੈ ਜੀ। ਪਰਮਾਰ ਵਾਲੀ SIT ਨੇ ਜਦੋਂ ਪੁੱਛ ਪੜਤਾਲ ਕੀਤੀ ਤੇ ਇਹ ਗੱਲ ਨਿਕਲੀ ਕਿ ਆਹ ਜਿਹੜਾ ਹੈਂਡਰਾਈਟਿੰਗ ਹੈ, ਜਿਹੜੇ ਇਸ਼ਤਿਹਾਰ 3 ਲੱਗੇ ਹੈ, 3 ਇਸ਼ਤਿਹਾਰਾਂ ਦੇ ਉੱਤੇ ਹੈਂਡਰਾਈਟਿੰਗ ਕੀਤਾ ਜੀ, ਇਹ ਸਨੀ ਦਾ ਹੈ ਜੀ। ਉਹਨਾਂ ਨੇ ਸਨੀ ਨੂੰ ਕਹਿਤਾ ਭਾਈ ਦੱਸ ਤੇਰੇ ਭਾਈ ਅਸੀਂ ਅਦਾਲਤ ਦੇ ਵਿੱਚ ਐਪਲੀਕੇਸ਼ਨ ਦਿੱਤੀ ਕਿ ਜੀ ਅਸੀਂ ਇਸ ਬੰਦੇ ਦੀ ਜਿਹੜਾ ਹੱਥ ਲਿਖਤ ਨਮੂਨਾ ਉਹ ਲੈਣਾ ਹੈ ਜੀ, ਤਾਂ ਕਿ ਮਿਲਾਨ ਕੀਤਾ ਜਾਵੇ। ਅਦਾਲਤ 1 ਜੂਨ ਦੀ ਗੱਲ ਹੈ। ਅਦਾਲਤ ਨੇ ਕਿਹਾ ਭਾਈ ਤੈਨੂੰ ਕੋਈ ਇਤਰਾਜ਼ ਕਰਨਾ ਜੀ? ਕੋਈ ਇਤਰਾਜ਼ ਨਹੀਂ। ਉਹਨੇ ਨਮੂਨਾ ਆਪਣਾ ਦੇਤਾ ਜੀ। ਨਮੂਨਾ ਦੇਣ ਤੋਂ ਬਾਅਦ ਇਹਨਾਂ ਨੇ ਨਮੂਨਾ FSL ਨੂੰ ਭੇਜਤਾ, ਫੋਰੈਂਸਿਕ ਲੈਬ ਨੂੰ ਭੇਜਤਾ। ਜਦੋਂ ਲੈਬ ਨੂੰ ਨਮੂਨਾ ਭੇਜਤਾ ਤੇ ਫਿਰ ਉਹਨੂੰ ਸੋਝੀ ਆਈ ਜੀ ਕਿ ਗੱਲ ਤਾਂ ਆਪਾਂ ਗੜਬੜ ਕਰ ਬੈਠੇ। ਉਹਨੇ ਸਿੱਧੀ ਜਾ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਤੀ ਜੀ। ਹਾਈ ਕੋਰਟ ਦੇ ਵਿੱਚ ਉਹ ਕੀ ਕਹਿੰਦਾ? ਉਹ ਕਹਿੰਦਾ ਜੀ ਕਿਉਂਕਿ ਇੱਕ ਕੇਸ ਦੇ ਵਿੱਚ 2 ਵਾਰੀ ਜਿਹੜੇ ਹੈਗੇ ਉਹ ਨਮੂਨਿਆਂ ਦਾ ਐਗਜ਼ਾਮੀਨੇਸ਼ਨ ਨਹੀਂ ਕਰਵਾਇਆ ਜਾ ਸਕਦਾ। ਪਹਿਲਾਂ CBI ਨਹੀਂ ਕਰ ਲਿਆ ਤੇ CBI ਵਾਲਿਆਂ ਨੇ ਤਾਂ ਸਾਨੂੰ ਕਲੀਨ ਚਿੱਟ ਦੇਤੀ ਹੈ। ਪੰਜਾਬ ਪੁਲਿਸ ਸਾਨੂੰ ਤੰਗ ਕਰਦੀ ਹੈ। ਇਹਦੇ ਤੇ ਪੰਜਾਬ ਪੁਲਿਸ ਨੇ SIT ਨੇ ਆਪਣਾ ਜਵਾਬ ਦਿੱਤਾ ਤੇ ਮਾਨਯੋਗ ਜੱਜ ਸਾਹਿਬ ਨੇ ਜਿਹੜੇ ਹਾਈ ਕੋਰਟ ਦੇ ਸੀ ਜੀ, ਉਹਨਾਂ ਨੇ ਸਾਰਾ ਕੇਸ ਦੀ ਜਿਹੜੀ ਸੁਣਵਾਈ ਕਰਨ ਤੋਂ ਬਾਅਦ ਤੇ ਕੇਸ ਦਾ ਫੈਸਲਾ ਰੱਖ ਲਿਆ ਰਿਜ਼ਰਵ ਜੀ। ਹੁਣ ਜੀ ਕੱਲ ਉਸ ਕੇਸ ਦਾ ਫੈਸਲਾ ਆ ਗਿਆ। ਉਸ ਫੈਸਲੇ ਦੇ ਵਿੱਚ ਜਿਹੜੀ ਸਨੀ ਦੀ ਉਹ ਪਟੀਸ਼ਨ ਸੀ ਉਹ ਮਾਨਯੋਗ ਅਦਾਲਤ ਨੇ ਰੱਦ ਕਰਤੀ ਜੀ। ਤੇ ਮਾਨਯੋਗ ਅਦਾਲਤ ਨੇ ਹਾਈ ਕੋਰਟ ਨੇ ਪਾਬੰਦੀ ਲਾਤੀ ਸੀ ਕਿ ਜਿੰਨੀ ਦੇਰ ਤੱਕ ਇਹ ਫੈਸਲਾ ਨਹੀਂ ਹੁੰਦਾ ਉਨੀ ਦੇਰ ਤੱਕ ਫਰੀਦਕੋਟ ਦੀ ਅਦਾਲਤ ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜੀ ਚਲਾਨ ਪੇਸ਼ ਨਹੀਂ ਕਰ ਸਕਦੀ। ਚਲਾਨ ਦੇ ਉੱਤੇ ਪਾਬੰਦੀ ਲੱਗੀ ਸੀ। ਲਓ ਜੀ ਕੱਲ ਸ਼ਾਮ ਨੂੰ ਡਿਸਮਿਸ ਹੋਈ ਹੈ ਤੇ ਅੱਜ ਦਾਨੇਵਾਲੀਆ ਸਾਹਿਬ ਜਿਹੜੀ SIT ਹੈ SIT ਨੇ
8 ਜਿਹੜੇ ਡੇਰਾ ਪ੍ਰੇਮੀ ਸੀ ਉਹਨਾਂ ਦੇ ਖਿਲਾਫ ਚਲਾਨ ਪੇਸ਼ ਕਰਤਾ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾਹਿਬ ਚੋਰੀ ਹੋਏ ਸੀ, ਉਹ ਕੇਸ ਕਿਸੇ ਹੱਦ ਤੱਕ ਹੱਲ ਹੋਇਆ ਵਾ। ਔਰ ਇਹਦੇ ਜਿਹੜੇ ਹੈਗੇ ਆ ਇਸ਼ਤਿਹਾਰ ਵੀ ਨਹੀਂ ਲਏ ਇਸ ਵਕਤ ਜਿਨ੍ਹਾਂ ਦੇ ਰਾਹੀਂ ਚੁਣੌਤੀ ਦਿੱਤੀ ਗਈ ਸੀ ਸਿੱਖ ਪੰਥ ਨੂੰ, ਉਹ ਵੀ ਮਾਮਲਾ ਇੱਕ ਕਿਸਮ ਦਾ ਹੱਲ ਹੋ ਗਿਆ ਕਿਉਂਕਿ ਉਹਨਾਂ ਨੇ ਚਲਾਨ ਉਹਨਾਂ ਦੇ ਖਿਲਾਫ ਪੇਸ਼ ਕਰ ਦਿੱਤਾ ਹੈ। ਜੀ ਤੇ ਹੁਣ ਗੱਲ ਕਰੀਏ ਪਾਰਲੀਮੈਂਟ ਦਾ ਪਹਿਲਾ ਦਿਨ ਕਿਵੇਂ ਰਿਹਾ ਜੀ? ਬਹਿਜਾ ਹੋ ਗਈ ਜੀ। ਪਾਰਲੀਮੈਂਟ ਦੇ ਪਹਿਲੇ ਦਿਨ ਨੂੰ ਮੈਂ ਕਹੂੰਗਾ ਵੀ ਇਹ ਪਹਿਲਾ ਦਿਨ ਹੈ ਜਿਹੜਾ ਬਹੁਤ ਸਾਰੇ ਲੋਕ ਇਹ ਗੱਲ ਕਹਿ ਦਿੰਦੇ ਆ ਜੀ ਕਿਸਾਨ ਅੰਦੋਲਨ ਤਾਂ ਉਖੜ ਗਿਆ, ਪੱਲੇ ਹੀ ਕੱਖ ਨਹੀਂ ਰਿਹਾ ਜੀ, ਉੱਥੇ ਹੈ ਹੀ ਕੁਛ ਨਹੀਂ ਜੀ। ਜਿਹੜਾ ਗੋਦੀ ਮੀਡੀਆ ਪੂਰਾ ਲੱਗਿਆ ਪਿਆ, ਜਿਹੜੇ ਮਤਲਬ ਜਿਹੜੇ ਹੈਗੇ ਕਾਰਪੋਰੇਟ ਘਰਾਣੇ ਆ ਸਾਰੇ ਦੇ ਸਾਰੇ ਲੱਗੇ ਪਏ। ਕਿਸਾਨ ਦਾਨੇਵਾਲੀਆ ਸਾਹਿਬ ਬੜੀ ਸਿਆਣਪ ਦੇ ਨਾਲ ਚੱਲੇ। ਅੱਛਾ ਜੀ। ਕਿਸਾਨਾਂ ਦੇ ਵਿੱਚ ਬਹੁਤ ਸਿਆਣੇ ਬੰਦੇ ਬੈਠੇ ਐ, ਲੈ ਕੇ ਆਪਾਂ ਕਹੀਏ ਬਲਵੀਰ ਸਿੰਘ ਰਾਜੇਵਾਲ ਤੋਂ ਜੋਗਿੰਦਰ ਸਿੰਘ ਉਗਰਾਹਾਂ ਤੱਕ, ਇਹਨਾਂ ਨੇ ਸਾਰਾ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਜੀ ਜਦੋਂ ਵੋਟਰ ਭਗਵਾਨ ਜਿਹੜਾ ਹੈਗਾ ਉਹ ਸੁਚੇਤ ਹੋਇਆ। ਅੱਛਾ ਜੀ। ਆਮ ਤੌਰ ਦੇ ਉੱਤੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਤੁਹਾਨੂੰ ਪਤਾ ਵਿਪ ਜਾਰੀ ਹੁੰਦੀ ਹੈ। ਹਾਂ ਬਿਲਕੁਲ। ਇਹ ਵਿਪ ਕਾਹਦੀ ਖਾਤਰ ਜਾਰੀ ਹੁੰਦੀ ਹੈ? ਇਸ ਕਰਕੇ ਜਾਏ ਕਿ ਜਿਹੜੀ ਪਾਰਟੀ ਦਾ ਫੈਸਲਾ, ਪਾਰਟੀ ਦੇ ਫੈਸਲੇ ਦੀ ਉਲੰਘਣਾ ਨਾ ਹੋਵੇ। ਕਿਹੜੇ ਵਿਸ਼ੇ ਦੇ ਉੱਤੇ ਆਪਾਂ ਕਿੱਥੇ ਅਬਸਟੇਨ ਰਹਿਣਾ ਹੈ, ਕਿੱਥੇ ਆਪਾਂ ਵੋਟ ਪਾਉਣੀ ਹੈ, ਕਿਹਦੇ ਹੱਕ ਦੇ ਵਿੱਚ ਪਾਉਣੀ ਹੈ, ਕਿੱਥੇ ਆਪਾਂ ਕੀ ਕਰਨਾ ਹੈ ਜੀ। ਇਹ ਜਿਹੜਾ ਵਿਪ ਆ ਪਾਰਟੀ ਦਾ ਇੱਕ ਚੀਫ ਵਿਪ ਹੁੰਦਾ, ਉਹਦੇ ਨਾਲ 1-2 ਵਿਪ ਲਾ ਦਿੰਦੇ, ਉਹਨਾਂ ਦੀ ਡਿਊਟੀ ਲਾ ਦਿੰਦੇ ਕਿ ਭਾਈ ਤੁਸੀਂ ਪਾਰਟੀ ਦਾ ਸੁਨੇਹਾ ਇਹਨਾਂ ਨੂੰ ਦੇਣਾ ਜੀ। ਉਹ ਸੁਨੇਹਾ ਉਸ ਤਰ੍ਹਾਂ ਚੱਲਦਾ ਹੁੰਦਾ ਸੀ। ਹੁਣ ਪਾਰਲੀਮੈਂਟ ਦਾ ਸੈਸ਼ਨ ਕੱਲ੍ਹ ਸ਼ੁਰੂ ਹੋਇਆ। ਕਿਸਾਨਾਂ ਨੇ ਜਿਹੜੀ ਆਪਣੀ ਵਿਉਂਤਬੰਦੀ ਬਣਾਈ ਸੀ, ਉਹਨਾਂ ਨੇ ਵਿਉਂਤਬੰਦੀ ਇਹ ਬਣਾਈ ਕਿ ਜੀ ਅਸੀਂ ਇੱਕ ਤਾਂ ਜਾਵਾਂਗੇ ਪ੍ਰਦਰਸ਼ਨ ਕਰਾਂਗੇ ਜੀ। ਅਸਲ ਦੇ ਵਿੱਚ ਉਹ ਇਕੱਲਾ ਪ੍ਰਦਰਸ਼ਨ ਨਹੀਂ ਹੈ, ਉਹ ਉੱਥੇ ਜਾਣਗੇ ਜੰਤਰ ਮੰਤਰ ਜਾਂ ਪਾਰਲੀਮੈਂਟ ਦੇ ਸਾਹਮਣੇ। ਉਹ ਅੰਦਰਲੇ ਪਾਸੇ ਇੱਕ ਪਾਰਲੀਮੈਂਟ ਚੱਲਦੀ ਹੈ ਤੇ ਬਾਹਰ ਕਿਸਾਨ ਪਾਰਲੀਮੈਂਟ। ਉੱਥੇ ਕਿਸਾਨ ਦੱਸਣਗੇ ਕਿ ਕੀ ਕਹਿ। ਉਹਨਾਂ ਨੇ ਨਾਲ ਇਹ ਕਿਹਾ ਕਿ ਸਟ੍ਰੈਟਜੀ ਬਣਾਈ ਜਾਵੇ। ਪੋਲੀਟੀਕਲ ਪਾਰਟੀਆਂ ਨੇ, ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਕਿੰਨਾ ਚਿਰ ਹੋ ਗਿਆ ਇਹ ਅੰਦੋਲਨ ਚੱਲਦੇ ਨੂੰ, ਇਹਨੂੰ ਇਗਨੋਰ ਹੀ ਕੀਤਾ ਹੋਇਆ ਸੀ। ਜਾਤੀ ਤੌਰ ਤੇ ਪੰਜਾਬ ਵਾਲੇ ਚਲੋ ਕਾਂਗਰਸ ਦੇ ਉਹ 3-4 ਐਮਪੀ ਹੈਗੇ ਜਿਹੜੇ ਉਹ ਜੰਤਰ ਮੰਤਰ ਤੇ ਬੈਠੇ ਹੈ, ਉਹ ਬੈਠੇ ਰਹਿੰਦੇ ਸੀ। ਬਾਕੀ ਬੀਜੇਪੀ ਵਾਲਿਆਂ ਦਾ ਤੁਹਾਨੂੰ ਪਤਾ ਵੀ ਮਾਮਲਾ ਸਾਫ਼ ਹੀ ਹੈ। ਇਹ ਤਾਂ ਹਰਜੀਤ ਸਿੰਘ ਗਰੇਵਾਲ 5ਵੀਂ ਮੰਜ਼ਿਲ ਤੇ ਬੈਠ ਕੇ ਉੱਥੋਂ ਬਿਆਨ ਹੀ ਛੱਡਦਾ ਹੈ, ਉਹ ਆਪਣੇ ਬਿਆਨ ਛੱਡ ਦਿੰਦਾ ਹੈ। ਅਕਾਲੀ ਦਲ ਵਾਲੇ ਪਹਿਲਾਂ ਨਾਲ ਸੀਗੇ, ਫਿਰ ਇਹ ਵਿਰੋਧ ਦੇ ਵਿੱਚ ਆਪਣੇ ਜਦੋਂ ਜ਼ਿਆਦਾ ਵਿਰੋਧ ਵਧਿਆ ਤੇ ਅਸਤੀਫਾ ਦੇ ਕੇ ਵਾਪਸ ਆ ਗਏ ਸੀ ਜੀ। ਚਲੋ ਹੁਣ ਜਦੋਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇੱਕ ਸਟ੍ਰੈਟਜੀ ਬਣਾਤੀ ਕਿ ਆਹ ਲਓ ਜੀ ਅਸੀਂ ਤੁਹਾਨੂੰ ਜਿਹੜਾ ਹੈਗਾ ਵੋਟਰ ਵਿਪ ਜੀ ਉਹ ਜਾਰੀ ਕਰਤਾ, ਕਿਉਂਕਿ ਅਸੀਂ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਵੀ। ਇਸ ਕਰਕੇ ਅਸੀਂ ਤੁਹਾਨੂੰ ਹੁਕਮ ਦਿੰਦੇ ਹਾਂ ਕਿ ਭਾਈ ਤੁਸੀਂ ਕਿਸਾਨਾਂ ਦੇ ਮੁੱਦੇ ਨੂੰ ਪ੍ਰਮੁਖਤਾ ਨਾਲ ਅੱਗੇ ਚੱਕੋ। ਜੇ ਤੁਹਾਨੂੰ ਉੱਥੋਂ ਕੋਈ ਬਾਈਕਾਟ ਤੁਹਾਨੂੰ ਮਤਲਬ ਸਸਪੈਂਡ ਕਰਦੇ, ਤੁਸੀਂ ਮੈਦਾਨ ਨਹੀਂ ਛੱਡਣਾ, ਵਿੱਚ ਬੈਠਣਾ ਹੈ। ਜੇ ਤੁਹਾਨੂੰ ਚੁੱਕ ਕੇ ਬਾਹਰ ਸਿੱਟਦੇ ਆ ਮਾਰਸ਼ਲ, ਦੁਬਾਰਾ ਫਿਰ ਚਲੇ ਜਾਓ। ਬਾਈਕਾਟ ਨਹੀਂ ਕਰਨਾ, ਜਾਂ ਇਹ ਕਹਿ ਦਿਓ ਜਿਸ ਤਰ੍ਹਾਂ ਸੈਸ਼ਨ ਦਾ ਬਾਈਕਾਟ ਕਰਤਾ। ਬਾਕਆਊਟ ਕਰਨਾ ਤਾਂ ਇੱਕ ਵਾਰੀ ਬਾਕਆਊਟ ਕਰਕੇ ਦੁਬਾਰਾ ਫਿਰ ਚਲੇ ਜਾਓ। ਮਤਲਬ ਇਹ ਕਿ ਤੁਹਾਨੂੰ ਅੰਦਰ ਬੈਠਣਾ ਪੈਣਾ, ਤੇ ਜੇ ਤੁਸੀਂ ਅੰਦਰ ਨਾ ਬੈਠੇ ਤੇ ਸਾਡੀ ਗੱਲ ਨਾ ਕੀਤੀ ਤੇ ਫਿਰ ਤੁਹਾਡੇ ਨਾਲ ਉਹ ਹੋਊਗੀ ਜਿਹੜੀ ਮਨੋਹਰ ਲਾਲ ਖੱਟਰ ਨਾਲ ਹੁੰਦੀ, ਦੁਸ਼ਯੰਤ ਚੌਟਾਲੇ ਨਾਲ ਹੁੰਦੀ ਹੈ, ਅਸ਼ਵਨੀ ਸ਼ਰਮੇ ਨਾਲ ਹੁੰਦੀ ਹੈ, ਜਾਂ ਜਿਹੜੀ ਅਰਨ ਨਾਰੰਗ ਨਾਲ ਹੋਈ ਹੈ ਮਲੋਟ, ਲੀੜੇ ਕੱਪੜੇ ਪਾੜਤੇ ਸੀ, ਫਿਰ ਤੁਹਾਡੇ ਨਾਲ ਉਹ ਹੋਊਗੀ। ਹੁਣ ਤੁਸੀਂ ਸੋਚ ਲਓ, ਦਾਨੇਵਾਲੀਆ ਸਭ ਟੀਕੇ ਨੇ ਕੰਮ ਬੜਾ ਵਧੀਆ ਕੀਤਾ, ਨਾੜ 'ਚ ਲੱਗ ਗਿਆ। ਨਾੜ 'ਚ ਲੱਗੇ ਟੀਕੇ ਨੇ ਜੀ, ਨਾਲ ਦੀ ਨਾਲ ਹੀ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੀ ਆ ਲਓ ਕੰਮ ਰੋਕੂ ਮਤਾ ਮੈਂ ਪੇਸ਼ ਕਰਤਾ। ਭਗਵੰਤ ਮਾਨ ਕਹਿੰਦਾ ਤਾਏ ਦੀ ਤੀ ਚੱਲੀ ਤੇ ਆਪਾਂ ਕਦੋਂ ਰਹਿ ਕੱਲੀ, ਉਹਨੇ ਦੇ ਨਾਲ ਆਦਾ ਉਹ ਵੀ ਚੱਕ ਲਿਆ ਵੀ ਆਹ ਦੇਖੋ ਜੀ ਫੱਟਾ ਚੱਕ ਲਿਆ। ਮੈਂ ਭਗਵੰਤ ਮਾਨ ਹੈ ਕੱਲਾ, ਪਰ ਕਿਉਂਕਿ ਉਹਦੀ ਬੋਲਬਾਣੀ ਦੇ ਵਿੱਚ ਦਮ ਹੈ, ਉਹ ਜਦੋਂ ਬੋਲਦਾ ਬੋਲ ਕੇ ਉਹ ਸਾਰਿਆਂ ਦਾ ਜਿਹੜਾ ਧਿਆਨ ਆਪਣੇ ਵੱਲ ਖਿੱਚ ਲੈਂਦਾ। ਉਹਨੇ ਕਰ ਲਿਆ ਜੀ। ਅਮਰ ਸਿੰਘ ਫਤਿਹਗੜ੍ਹ ਸਾਹਿਬ ਵਾਲਾ ਡਾਕਟਰ ਅਮਰ ਸਿੰਘ ਜੀ, ਬਿਊਰੋਕਰੇਟ ਹੈ, ਇੱਕ ਰਿਟਾਇਰਡ IAS ਹੈ। ਉਹ ਜਿਉਂ ਚੜਿਆ ਜੀ, ਉਹ ਨਾਲ ਆਪਣੇ ਜਿੱਥੇ ਮਹਾਤਮਾ ਗਾਂਧੀ ਦਾ ਬੁੱਤ ਲੱਗਿਆ ਉੱਥੇ ਲਿਜਾ ਕੇ ਤੇ ਸੰਵਿਧਾਨ ਦੀ ਚੱਕ ਕੇ ਪੋਸਟਰ ਵਗੈਰਾ ਤੇ ਸਾਰਾ ਕੁਛ ਚੱਕ ਕੇ ਉਹ ਉੱਥੇ ਕੱਢ ਗਿਆ। ਉਹ ਕਹਿੰਦਾ ਆਹ ਲਓ ਜੀ ਅਸੀਂ ਵੀ ਦੇਤੀ। ਮਨੀਸ਼ ਤਿਵਾੜੀ ਤਾਂ ਖੈਰ ਪੜ੍ਹਿਆ ਲਿਖਿਆ ਬੰਦਾ ਹੈ ਜੀ, ਮਨੀਸ਼ ਤਿਵਾੜੀ ਨੇ ਵੀ ਆਪਣਾ ਮਤਾ ਦਿੱਤਾ। ਔਰ ਬੀਬੀ ਹਰਸਿਮਰਤ ਬਾਦਲ ਨੇ ਜਿਹੜਾ ਮਤਾ ਦਿੱਤਾ ਆਪਦੇ ਵਾਲਾ ਕੰਮ ਰੋਕੂ ਮਤਾ, ਉਹਦੇ ਤੇ ਵਧੀਆ ਗੱਲ ਇਹ ਕੀਤੀ ਕਿ ਐਤਕੀ ਬਹੁਜਨ ਸਮਾਜ ਪਾਰਟੀ ਵਾਲੇ ਤਾਂ ਚਲੋ ਉਹਨਾਂ ਦੇ ਚੋਣ ਹਿੱਸੇਦਾਰ ਉਹ ਤਾਂ ਹੈਗੇ ਜੀ, ਨਾਲ ਉਹਨਾਂ ਨੇ ਕੁਝ ਹੋਰ ਛੋਟੀਆਂ ਪਾਰਟੀਆਂ ਦੇ ਦਸਤਖਤ ਵੀ ਕਰਵਾ ਲਏ। ਇੱਕ ਕੌਮੀ ਪੱਧਰ ਦੀ ਪਾਰਟੀ ਹੈ CPM ਜੀ, CPM ਵਾਲਿਆਂ ਨੇ ਵੀ ਹਰਸਿਮਰਤ ਕੌਰ ਬਾਦਲ ਦੇ ਮਤੇ ਦੇ ਉੱਤੇ ਦਸਤਖਤ ਕਰਤੇ ਤੇ ਜੀ ਉਹ ਮਤੇ ਪੇਸ਼ ਹੋ ਗਏ। ਤੇ ਕੱਲ ਫਿਰ ਪ੍ਰਧਾਨ ਮੰਤਰੀ ਸਾਹਿਬ ਖੜੇ ਹੋ ਗਏ। ਪ੍ਰਧਾਨ ਮੰਤਰੀ ਸਾਹਿਬ ਜਿਹੜੇ ਨਵੇਂ ਵਜ਼ੀਰ ਆਏ ਨੇ ਕਿ ਉਹਨਾਂ ਦੀ ਜਾਣ ਪਛਾਣ ਕਰਾਉਣ ਲੱਗੇ। ਉਹ ਕਹਿੰਦੇ ਬੈਠ ਯਾਰ ਤੂੰ ਕਿਹੜੇ ਵਿਸ਼ੇ, ਕਿਸਾਨਾਂ ਦੀ ਗੱਲ ਕਰੋ। ਆਹ ਦੇਖੋ ਤੁਹਾਨੂੰ ਇੱਕ ਸੁਣਾਉਣਾ ਬੜੀ ਵਧੀਆ ਚੀਜ਼ ਸੁਣਾਉਣਾ। ਆਹ ਦੇਖੋ ਇਹਨੂੰ ਕਹਿੰਦੇ ਆ
उनके तन पे कपड़ा नहीं है, आप घूम रहे हो वहां 36 तरह के व्यंजन खा रहे हो, वो सूखी रोटी खा रहा है, और किसान ने अगर पिज्जा खा लिया तो उसको सोशल मीडिया पे चलाते हो, पिज्जा क्यों खा लिया? क्योंकि भाई आपको ही अधिकार है पिज्जा खाने का, आपको ही अधिकार है कूलर में सोने का, आपको ही अधिकार है एसी में रहने का, आपको ही अधिकार है पैंट शर्ट पहनने का। आपके बाप दादा ही लेके आए थे क्या प्रॉपर्टी? आपके तो मैं चाय बेचने वाला था। किसी भी राजा का विनाश आ जाता है ना, विनाश आ जाता है, तब वो इस प्रकार का एक्ट करता है कि मैं जनता की मांग को नहीं सुनूंगा, मेरा करना है जो कर लीजिए। चाणक्य ने भी कहा है कि अगर वास्तव में जनता विरोध में आने लगे, जब वास्तव में राजा को लगे कि सड़क पे जनता उतरने लगी है, तो उस अहंकारी राजा को तुरंत उनकी समस्याओं को ध्यान में रख करके समाधान करना चाहिए, वरना जनता उसको उठा के कुर्सी से मोदा पटक देगी। ये उस राजा को ध्यान रखना चाहिए। मैं कहना चाहता हूं मेरे इस सदन से कि नरेंद्र मोदी जी को भी यह अहंकार नहीं रखना चाहिए। ये जनता उठा के ऐसा पटक देगी कि वो कल्पना भी नहीं कर सकते। और वही लोग जो आज मोदी मोदी कर रहे हैं, जो आज जयकारे लगा रहे हैं, वही उनको गाली देते हुए नजर आएंगे कि इस मोदी के कारण हम बर्बाद हो गए, सब कुछ लुट गए, जनता की गालियां खा रहे हैं। वो सब के सब कहना पड़ेगा जी। बस ਆਹੀ ਗੱਲ ਹੈ ਜੀ। ਆਹੀ ਗੱਲ ਹੈ ਕਿ ਹੁਣ ਜਨਤਾ ਦੀ ਗੱਲ ਕਿਵੇਂ ਹੋਣ ਲੱਗੀ ਜੀ। ਆਹੀ ਚੀਜ਼ ਹੈ। ਆਹ ਪਾਰਲੀਮੈਂਟ ਦੇ ਮੈਂਬਰ ਕਿਵੇਂ ਕਰਨ ਲੱਗੇ। ਇੱਥੇ ਆਪਾਂ ਕਹਿੰਦੇ ਨੇ ਕਿ ਕਿਸਾਨ ਅੰਦੋਲਨ ਨੇ ਬਹੁਤ ਕੁਝ ਜਿਹੜਾ ਹੈਗਾ ਨਾ, ਜਿਹੜੀਆਂ ਇਹੋ ਜਿਹੀਆਂ ਪ੍ਰਾਪਤੀਆਂ ਦਿੱਤੀਆਂ ਆਪਾਂ ਨੂੰ। ਤੁਸੀਂ ਇਹ ਦੇਖੋ ਕਿ ਭਾਰਤ ਦਾ ਡੈਮੋਕ੍ਰੈਟਿਕ ਪ੍ਰੋਸੈਸ ਅਜੇ ਪੂਰਾ ਨਹੀਂ ਹੋਇਆ। ਜੀ ਜੀ। ਅਸੀਂ 1947 ਦੇ ਵਿੱਚ ਆਜ਼ਾਦ ਹੋ ਗਏ ਤੇ ਸਾਡੀ ਹਾਲਤ ਕੀ ਹੈ। ਅੱਜ ਸਾਨੂੰ ਇੱਕ ਥਾਣੇਦਾਰ ਜੇ ਹੈ ਜਿਵੇਂ ਮਰਜ਼ੀ ਬਾਹਾਂ ਬੰਨ ਕੇ ਲੈ ਜੇ। ਬਿਲਕੁਲ। ਅਸੀਂ ਨਹੀਂ, ਕੋਈ ਉੱਥੇ ਪੁੱਛਦਾ ਨਹੀਂ ਵੀ ਕਾਨੂੰਨ ਕੀ ਹੈ, ਕਹਿੰਦਾ ਕਿਹੜਾ ਕਾਨੂੰਨ। ਉਹ ਦੇਖੋ ਜੀ, ਇੱਕ ਟਰੱਕ ਡਰਾਈਵਰ ਦੀ ਦੇਖੋ, ਕਹਿੰਦਾ ਲਾਲ ਬੱਤੀ ਉਹਨੇ ਨੰਗੀ ਨਹੀਂ ਨੰਗੀ। ਲੁਧਿਆਣੇ ਦੇਖੋ ਕਿਵੇਂ ਗਾਲਾਂ ਮਾਵਾਂ ਭੈਣਾਂ ਦੀਆਂ, ਕਿਹਨੇ ਅਧਿਕਾਰ ਦਿੱਤਾ ਦੱਸੋ? ਦਾਨੇ ਵਾਲੀਆ ਸਭ ਵਿਚਾਰਾ ਟਰੱਕ ਡਰਾਈਵਰ ਨੂੰ ਤਾਂ ਫਿਰ ਟਰੱਕ ਡਰਾਈਵਰ ਸਮਝਦੇ ਹੈ ਜਿਨ੍ਹਾਂ ਬੰਦਿਆਂ ਨੇ ਆਜ਼ਾਦੀ ਦੀ ਜੰਗ ਦੌਰਾਨ ਕੈਦਾਂ ਕੱਟੀਆਂ ਸੀ। ਇੰਦਰਾ ਗਾਂਧੀ ਨੇ ਨਾ ਉਹਨਾਂ ਨੂੰ ਤਾਮਰ ਪੱਤਰ ਦਿੱਤੇ ਸੀ ਜੀ। ਸੁਤੰਤਰਤਾ ਸੰਗਰਾਮੀ ਕਹਿੰਦਾ ਸੀ ਕਿ ਸੁਤੰਤਰਤਾ ਸੰਗਰਾਮੀ। ਬਾਅਦ ਵਿੱਚ ਤਾਂ ਤਾਮਰ ਪੱਤਰ ਹਰੇਕ ਹੀ ਦੇਣ ਲੱਗ ਗਿਆ ਸੀ। ਧਰਮ ਯੁੱਧ ਮੋਰਚੇ ਵੇਲੇ ਅਕਾਲੀ ਦਲ ਵਾਲਿਆਂ ਨੇ ਵੀ ਤਾਮਰ ਪੱਤਰ ਦਿੱਤੇ ਸੀ ਜੀ। ਜਦੋਂ ਤਾਮਰ ਪੱਤਰ ਦੇਤੇ ਤੇ ਉਹ ਇੱਕ ਫਰੀਡਮ ਫਾਈਟਰ ਵਿਚਾਰਾ ਮਤਲਬ ਲੈ ਕੇ ਉਹ ਤਾਮਰ ਪੱਤਰ ਉਹਦੇ ਕੋਲੇ ਪਾਇਆ, ਨਾਲ ਉਹਦਾ ਪੋਤਰਾ। ਕਿਸੇ ਨੇ ਕੋਈ ਬੱਟ ਬੁੱਟ ਵੱਢ ਲਈ ਤੇ ਉਹ ਠਾਣੇ ਆ ਗਿਆ। ਠਾਣੇ ਦਾ ਥਾਣੇਦਾਰ ਸਾਹਿਬ ਬੈਠੇ, ਉਹ ਸਤਿ ਸ੍ਰੀ ਅਕਾਲ ਜੀ, ਕਿਧਰ ਨੂੰ ਮੂੰਹ ਚੱਕਿਆ ਹੈ? ਉਹ ਆਦਾ ਜੀ ਮੈਂ ਤਾਮਰ ਪੱਤਰੀਆਂ। ਕਹਿੰਦਾ ਉਹ ਕੀ ਹੁੰਦਾ? ਉਹਨੂੰ ਪਤਾ ਹੋਏ ਤਾਂ ਉਹ ਆਦਾ ਜੀ ਮੈਨੂੰ ਇੰਦਰਾ ਗਾਂਧੀ ਨੇ ਦਿੱਤਾ। ਉਹਨੇ ਇਹੋ ਜੀ ਉਹਨੂੰ ਪੁੱਠੀ ਗੱਲ ਕਹੀ, ਕਹਿੰਦਾ ਅੱਧਾ ਕਪਾੜ ਕੇ ਤੂੰ ਬਸ ਉਹ ਕਰ ਲਊਗਾ, ਸਮਝ ਗਏ। ਹਾਂ, ਜਿਹੜਾ ਗੁਰਦਾਸ ਮਾਨ ਨੇ ਉੱਥੇ ਕਿਹਾ ਸੀ, ਇੰਨੀ ਗੱਲ ਕੀਤੀ ਤੇ ਵਿਚਾਰਾ ਪਿੱਟਦਾ ਫਿਰ ਅਖਬਾਰ 'ਚ ਖਬਰ ਲੱਗ ਗਈ। ਹੁਣ ਹਾਲਤ ਤਾਂ ਇਹ ਹੈ ਕਿ ਮੁਲਕ ਆਜ਼ਾਦ ਹੋ ਗਿਆ, ਲੇਕਿਨ ਸਾਡੇ ਛੋਟੇ ਛੋਟੇ ਹੌਲਦਾਰ ਤੋਂ ਲੈ ਕੇ ਥਾਣੇਦਾਰ ਤੱਕ ਆ ਟ੍ਰੈਫਿਕ ਪੁਲਿਸ ਵਾਲਾ ਤੁਸੀਂ ਚੰਗੇ ਭਲੇ ਜਾਣੇ ਹੋ। ਮਾਮੂਲੀ ਜੀ ਗੱਲ ਜੇ ਤੁਸੀਂ ਕਿਤੇ ਥੋੜਾ ਜਿਹਾ ਇੱਧਰ ਉੱਧਰ ਨੂੰ ਕਰ ਲਓ, ਟ੍ਰੈਫਿਕ ਵਾਲਾ ਇੱਕ ਸਧਾਰਨ ਬੰਦਾ ਖੜੋਤਾ ਵੀ ਤੁਹਾਨੂੰ ਆ ਕੇ ਕਹੂਗੀ ਮੈਂ ਹਾਕਮ ਹਾਂ। ਅਜੇ ਤੱਕ ਸਾਡਾ ਡੈਮੋਕ੍ਰੈਟਿਕ ਪ੍ਰੋਸੈਸ ਪੂਰਾ ਨਹੀਂ ਹੋਇਆ। ਇਹ ਕਿਸਾਨ ਅੰਦੋਲਨ ਜਿਹੜਾ ਹੈਗਾ, ਇਹ ਕਿਸਾਨ ਅੰਦੋਲਨ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਸਹੀ ਲਈ ਤੇ ਲੈ ਕੇ ਆਉਂਦਾ। ਜਦੋਂ ਵੋਟਰ ਨੂੰ ਇੰਨਾ ਪਤਾ ਲੱਗ ਗਿਆ ਕਿ ਮੈਂ ਆਪਣੇ ਚੁਣੇ ਹੋਏ ਨੁਮਾਇੰਦੇ ਨੂੰ ਹੁਕਮ ਦੇਣ ਦਾ ਹੱਕ ਰੱਖਦਾ ਤੇ ਜਥੇਬੰਦਕ ਹੋ ਕੇ ਜੇ ਅਸੀਂ ਉਹਨਾਂ ਨੂੰ ਹੁਕਮ ਦੇਵਾਂਗੇ ਤੇ ਉਹਨਾਂ ਨੂੰ ਮੰਨਣਾ ਪੈਣਾ। ਇਹਨਾਂ ਕਿਸਾਨਾਂ ਦੇ ਕੋਲ ਕੋਈ ਪੋਲੀਟੀਕਲ ਪਾਵਰ ਨਹੀਂ ਹੈ। ਇਹ ਤਾਂ ਆਹੀ ਪੀਜੇ ਵਾਲੀਆਂ ਗੱਲਾਂ ਤੇ ਇਹਨਾਂ ਦੇ ਪੀਜੇ ਦੀ ਗੱਲ ਕਰਨ ਲੱਗੇ ਤੇ ਵਿਚਾਰੇ ਰੋਟੀਆਂ ਆਪਦੀਆਂ ਆਪ ਬਣਾ ਕੇ ਖਾਂਦੇ। ਬਿਲਕੁਲ ਬਿਲਕੁਲ। ਕਿੰਨੇ 500 ਤੋਂ ਉੱਪਰ ਜ਼ਿਆਦਾ ਸ਼ਹੀਦ ਹੋ ਗਿਆ, ਲੇਕਿਨ ਉਹਨਾਂ ਨੂੰ ਆਪਣੀ ਜਥੇਬੰਦਕ ਸ਼ਕਤੀ ਦਾ ਪਤਾ ਲੱਗ ਗਿਆ ਤੇ ਉਹਨਾਂ ਨੇ ਕਹਿੰਦਾ ਭਾਈ ਜੋ ਕੁਛ ਫਿਰ ਬੀਜੇਪੀ ਵਾਲੇ ਨਾਲ ਹੁੰਦਾ ਤੁਹਾਡੇ ਨਾਲ ਵੀ ਹੋਊ। ਤੇ ਕਿਵੇਂ ਤੁਸੀਂ ਦੇਖੋ, ਇੱਕੋ ਆਪਾਂ ਛੋਟੇ ਹੁੰਦੇ ਸੀ, ਪੁਤਲੀਆਂ ਦਾ ਖੇੜਾ ਨਹੀਂ ਦੇਖਦੇ ਹੁੰਦੇ ਸੀ, ਸਕੂਲਾਂ 'ਚ ਆਉਂਦੇ ਹੁੰਦੇ ਸੀ, ਐਂ ਲੱਗਦਾ ਹੁੰਦਾ ਸੀ ਵੀ ਯਾਰ ਇਹ ਬੰਦੇ ਕੀ। ਉਹਦਾ ਮਗਰੋਂ ਪਤਾ ਲੱਗਦਾ ਸੀ ਕਿ ਪੁਤਲੀਆਂ ਨੂੰ ਕੋਈ ਨਚਾਉਂਦਾ ਹੈ। ਉਂਗਲਾਂ ਤੇ ਨਚਾਉਣ ਵਾਲੀ ਗੱਲ ਹੈ, ਉਂਗਲਾਂ ਦੇ ਚ ਪਾਏ ਹੁੰਦੇ ਸੀ ਤਾਗੇ। ਤੇ ਹੁਣ ਕਿਸਾਨਾਂ ਨੂੰ ਪਤਾ ਲੱਗ ਗਿਆ, ਕਿਸਾਨਾਂ ਨੇ ਤਾਗੇ ਪਾ ਲਏ, ਪੁਤਲੀਆਂ ਨੂੰ ਨੱਚ ਰਹੇ ਤੇ ਵੇਖੋ ਕਿਵੇਂ ਟੈਂ ਟੈਂ ਬੋਲਦੇ। ਇਸ ਕਰਕੇ ਬਹੁਤ ਵੱਡੀ ਜਿਹੜੀ ਹੈਗੀ ਹੈ ਪ੍ਰਾਪਤੀ। ਇਹਦੇ ਨਾਲ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜਾ ਉਹ ਹੈ ਨਾ ਜਸੂਸੀ ਵਾਲਾ ਮਾਮਲਾ, ਜਸੂਸੀ ਵਾਲੇ ਮਾਮਲੇ ਦਾ ਵੀ ਰੌਲਾ ਪਿਆ ਵਾ ਜੀ। ਇਹ ਦੋਨੇ ਚੀਜ਼ਾਂ ਰਲ ਗਈਆਂ ਕਿਉਂਕਿ ਜਸੂਸੀ ਦੇ ਮਾਮਲੇ 'ਚ ਆਪੋਜੀਸ਼ਨ ਨੂੰ ਆਪ ਨੂੰ ਸਿੱਖ ਲੱਗੇ, ਨਾ ਸਿਰਫ ਆਪੋਜੀਸ਼ਨ ਨੂੰ ਲੱਗਿਆ, ਪੱਤਰਕਾਰਾਂ ਨੂੰ ਵੀ ਲੱਗਿਆ ਬਿਲਕੁਲ। ਔਰ ਇੱਕ ਜਿਹੜਾ IT ਮੰਤਰੀ ਬਣਾਇਆ ਵਾ ਵੈਸ਼ਨਵ ਸਾਹਿਬ, ਕਹਿੰਦੇ ਜੀ ਵੈਸ਼ਨਵ ਸਾਹਿਬ ਦੀ ਵੀ ਜਸੂਸੀ ਕਰਵਾਈ ਹੈ। ਅੱਛਾ। ਜਿਹੜਾ ਕੱਲ ਕਹਿੰਦਾ ਸੀਗਾ ਜੀ ਇਹ ਤਾਂ ਬਦਨਾਮ ਕਰਨ ਵਾਸਤੇ ਭਾਰਤ ਨੂੰ ਕੀਤਾ ਜਾ ਰਿਹਾ ਹੈ, ਉਹਦਾ ਵੀ ਕਰਵਾਇਆ। ਦਾਨੇਵਾਲੀਆ ਸਾਹਿਬ ਮੈਨੂੰ ਤਾਂ ਅੱਜ ਹੈਰਾਨੀ ਹੋਈ ਜੀ। ਕਹਿੰਦੇ ਜੇ 10 ਬੰਦਿਆਂ ਨੂੰ ਤੁਸੀਂ ਮਤਲਬ ਕਰਨਾ ਨਾ ਜਸੂਸੀ ਕਰਨੀ ਹੈ, ਭਾਰਤ ਦੇ ਵਿੱਚ ਸਿਰਫ 300 ਬੰਦਿਆਂ ਦੀ ਲਿਸਟ ਬਣਾਈ ਹੈ। ਅੱਛਾ ਜੀ। ਜੇ 10 ਬੰਦਿਆਂ ਦੀ ਜਸੂਸੀ ਕਰਨੀ ਹੈ, ਖਰਚਾ ਕਿੰਨਾ? 2015 ਤੋਂ ਲੈ ਕੇ 17 ਤੱਕ ਦਾ ਅੱਜ ਮੈਂ ਅੰਕੜਾ ਦੇਖਿਆ ਕਿੰਨਾ। ਕਹਿੰਦੇ ਜੀ 9 ਕਰੋੜ। ਦੱਸੋ 10 ਬੰਦਿਆਂ ਦੀ ਜਸੂਸੀ ਤੇ 9 ਕਰੋੜ ਰੁਪਈਆ ਖਰਚਾ ਆਉਣਾ ਹੈ। ਤੇ 9 ਕਰੋੜ ਰੁਪਈਆ ਭਾਰਤ ਦੇ ਵਿੱਚ ਇਸ ਤਰ੍ਹਾਂ ਹੁੰਦਾ, ਇਹਦਾ ਮਤਲਬ ਹੈ ਰਾਜਾ ਡਰਿਆ। ਜੋ ਜਿਵੇਂ ਇਹ ਕਹਿੰਦੇ ਆ ਨਾ ਵੀ ਚਾਣਕੀਆ ਕਹਿੰਦਾ ਹੈ ਕਿ ਜਦੋਂ ਜਨਤਾ ਅੱਜ ਵੀ ਰਾਜਾ ਇੰਨਾ ਡਰਿਆ ਹੋਇਆ, ਉਹਨੂੰ ਆਪਦੇ ਤੋਂ ਵੀ ਡਰ ਲੱਗਦਾ। ਬਿਲਕੁਲ ਬਿਲਕੁਲ ਡਰਿਆ ਹੋਇਆ। ਹਾਂਜੀ, ਉਹਨੂੰ ਆਪਦਿਆਂ ਤੋਂ ਡਰ ਲੱਗਦਾ। ਤੁਸੀਂ ਦੇਖੋ ਵੀ ਜਿਹੜੀ ਇਹ ਇਨਫੋਰਮੇਸ਼ਨ ਆਈ ਹੈ, ਇਹ ਤਾਂ ਮੈਂ ਹੈਰਾਨ ਰਹਿ ਗਿਆ। ਅੱਜ 17 ਜਿਹੜੇ ਹੈਗੇ ਮੀਡੀਆ ਅਦਾਰੇ ਲੱਗੇ ਹੋਏ ਆ ਜੀ ਇਹਨੂੰ।
ਇਹ ਜੋ ਜਿਹੜੇ ਇਹਨੂੰ ਡੀਕੋਡ ਕਰਨ ਵਾਸਤੇ ਅੱਛਾ ਜੋ ਉਹਨਾਂ ਦੇ ਹੱਥ ਦੇ ਵਿੱਚ ਲੱਗਿਆ ਵਾ ਸਾਰਾ ਸਿਲਸਿਲਾ 17 ਮੀਡੀਆ ਜਿਹਦੇ ਵਿੱਚ ਜਿਹੜੇ ਹੈਗੇ ਆ ਗਾਰਡੀਅਨ ਔਰ ਤੁਹਾਡਾ ਨਿਊਯਾਰਕ ਟਾਈਮਜ਼ ਵਰਗੇ ਲੱਗੇ ਹੋਏ, ਵਾਸ਼ਿੰਗਟਨ ਪੋਸਟ ਵਰਗੇ ਲੱਗੇ ਹੋਏ ਜੀ। ਤੇ ਢਿੱਲੋਂ ਸਾਹਿਬ ਕਹਿੰਦੇ ਆਪਾਂ ਸੰਸਦ ਦੀ ਗੱਲ ਕੀਤੀ, ਉੱਥੇ ਕਹਿੰਦੇ ਇੱਕ ਕੇਂਦਰੀ ਵਜ਼ੀਰ ਨੂੰ ਬੰਗਲਾਦੇਸ਼ੀ ਕਹਿਤਾ। ਬੰਗਲਾਦੇਸ਼ੀ ਕਹਿ ਨਹੀਂ ਦਿੱਤਾ ਜੀ, ਅਸਲ 'ਚ ਹੈ ਹੀ ਬੰਗਲਾਦੇਸ਼ੀ। ਅੱਛਾ ਜੀ। ਕਿਸੇ ਜ਼ਮਾਨੇ ਦੇ ਵਿੱਚ ਭਾਰਤ ਦੇ ਵਿੱਚ ਇੱਕ ਗ੍ਰਹਿ ਮੰਤਰੀ ਹੁੰਦਾ ਸੀ, ਫਿਰ ਲੋੜ ਬਦਲਣ ਲੱਗ ਗਈ, ਕਹਿੰਦੇ ਜੀ ਗ੍ਰਹਿ ਮੰਤਰੀ ਦੀ ਨੂੰ ਮਦਦ ਦੀ ਲੋੜ ਹੈ, ਕਹਿੰਦੇ ਜੀ ਇੱਕ ਰਾਜ ਮੰਤਰੀ ਲਾ ਦਿਓ ਇਹਦੇ ਨਾਲ ਜੀ, ਰਾਜ ਮੰਤਰੀ ਲੱਗਣ ਲੱਗ ਗਿਆ। ਫਿਰ ਉਹ ਤੋਂ ਬਾਅਦ ਹੋਰ ਲੋੜਾਂ ਵੱਧ ਗਈਆਂ, ਨਵੇਂ ਤੁਹਾਨੂੰ ਪਤਾ ਆ ਜਾਂਦੇ ਆ, ਬੰਦੇ ਆ ਜਾਂਦੇ, ਨਵੇਂ ਪ੍ਰਧਾਨ ਮੰਤਰੀ ਆ ਜਾਂਦੇ ਵੀ ਬੰਦੇ ਜ਼ਿਆਦਾ ਐਡਜਸਟ ਕਰਨੇ ਆ ਗਏ ਜੀ। ਆਪਣੇ ਰਾਜੀਵ ਗਾਂਧੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਉਹ ਬਣ ਗਏ। ਉਹਨਾਂ ਦੇ ਜ਼ਮਾਨੇ ਦੇ ਵਿੱਚ ਇੱਕ ਕੈਬਨਿਟ ਮੰਤਰੀ ਦੇ ਨਾਲ 2 ਰਾਜ ਮੰਤਰੀ ਲੱਗ ਗਏ ਸੀ ਜੀ। ਤੇ ਹੁਣ ਸੁੱਖ ਨਾਲ ਜਿਹੜੀ ਹੈਗੀ ਹੈ ਸਰਕਾਰ ਬਾਹਲੀ ਤਕੜੀ ਆ ਗਈ, ਤੇ ਇਸ ਸਰਕਾਰ ਨੇ ਜੀ ਆ ਜਿਹੜਾ ਹੁਣ ਰੀਸ਼ਫਲ ਹੋਇਆ ਇੱਕ ਗ੍ਰਹਿ ਮੰਤਰੀ ਹੋਰ ਲਾਤਾ ਜੀ। ਹੁਣ ਇੱਕ ਤਾਂ ਫੁੱਲ ਫਲਾਈਡ ਗ੍ਰਹਿ ਮੰਤਰੀ ਹੈ ਆਪਣਾ ਸ਼ਾਹ ਸਾਹਿਬ ਅਮਿਤ ਸ਼ਾਹ ਜੀ, ਇੱਕ ਉਹ ਸਵਾਮੀ ਨਿਤਿਆਨੰਦ ਜੀ ਹੈ ਜੀ, ਨਿਤਿਆਨੰਦ ਵੀ ਹੈਗੇ ਹੈ, ਇੱਕ ਕੋਈ ਹੋਰ ਸੀ, ਤੇ ਤੀਜਾ ਹੁਣ ਲਾਤਾ। ਤੀਜਾ ਜਿਹੜਾ ਬੰਦਾ ਲਾਇਆ ਨਾ ਇਹ ਬੰਗਾਲ ਨਾਲ ਸੰਬੰਧਿਤ ਹੈ ਜੀ, ਔਰ ਇਹ ਬੰਗਾਲ ਨਾਲ ਸੰਬੰਧਿਤ ਹੈ, ਤੇ ਇਹ ਬੰਦੇ ਦਾ ਸੰਬੰਧ ਹੈ ਜਿਹੜਾ ਪੁਰਾਣਾ ਉਹ ਹੈਗਾ ਸੀ ਇਹਦੇ ਨਾਲ ਤ੍ਰਿਣਮੂਲ ਕਾਂਗਰਸ ਨਾਲ ਜੀ। ਫਿਰ ਬਾਹਾਂ ਮਰੋੜੀਆਂ ਗਈਆਂ, ਤੇ ਬਾਹਾਂ ਮਰੋੜ ਕੇ ਜਦੋਂ ਬੰਦੇ ਨਾਲ ਰਲਾ ਲਏ ਤੇ ਇਹ ਇਧਰਲੇ ਪਾਸੇ ਰਲ ਗਿਆ, MP ਬਣ ਗਿਆ ਜੀ। MP ਬਣਨ ਤੋਂ ਬਾਅਦ ਤੇ ਇਹਨੂੰ ਫਿਰ ਹੁਣ ਵਜ਼ੀਰ ਬਣਾਤਾ, ਤੇ ਬੰਦੇ ਦਾ ਨਾਂ ਹੈਗਾ ਨਸੀਬ ਕਮਾਇਤ ਜੀ। ਗ੍ਰਹਿ ਮੰਤਰੀ ਤੈਨੂੰ ਬਣਾਤਾ। ਤੇ ਜੇ ਤੁਸੀਂ ਹੋਮ ਡਿਪਾਰਟਮੈਂਟ ਦੀ ਖੋਲ ਕੇ ਦੇਖੋ ਨਾ ਵੈਬਸਾਈਟ ਜੀ, ਇਹ ਵੈਬਸਾਈਟ ਤੇ ਹਾਲੇ ਦਾ ਨਾਂ ਨਹੀਂ ਚੜਾਇਆ। ਅੱਛਾ ਜੀ। ਕਿੰਨੇ ਦਿਨ ਹੋ ਗਏ ਰੀਸ਼ਫਲ ਹੋਏ ਨੂੰ, ਗ੍ਰਹਿ ਮੰਤਰੀ ਬਣ ਗਿਆ, ਸਾਰਾ ਕੁਝ ਨਹੀਂ। ਉਹ ਨਾ ਚੜਾਉਣ ਦਾ ਕਾਰਨ ਕੀ ਹੈ? ਕਹਿੰਦੇ ਬੰਦਾ ਭਾਰਤ ਦਾ ਨਾਗਰਿਕ ਹੀ ਹੈ ਨਹੀਂ। ਅੱਛਾ, ਇਹ ਤਾਂ ਨਾਗਰਿਕ ਹੀ ਬੰਗਲਾਦੇਸ਼ ਦਾ। ਓਕੇ। ਤੇ TMC ਵਾਲਿਆਂ ਨੂੰ ਪਤਾ ਸੀ। TMC ਵਾਲਿਆਂ ਨੇ ਕੱਲ ਕਹਿਤਾ ਜੀ ਆਹ ਗ੍ਰਹਿ ਮੰਤਰੀ ਤਾਂ ਬੰਗਲਾਦੇਸ਼ੀ ਬਣਾਤਾ ਤੁਸੀਂ। ਉਹਦੇ ਤੇ ਹੁਣ ਜਿਹੜੀ ਹੈਗੀ ਆ ਤੜਪ ਉੱਠੇ BJP ਵਾਲੇ ਵੀ, ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ, ਬੜਾ ਹੰਗਾਮਾ ਹੋ ਗਿਆ। ਹੋਣਾ ਹੀ ਆ ਫਿਰ, ਜੇ ਲੋਕਾਂ ਨੂੰ ਤਾਂ ਕਹਿੰਦੇ ਵੀ ਉਹ ਕਹਿੰਦੇ ਵੀ ਗੱਲ ਇਹ ਆ ਵੀ ਤੁਸੀਂ ਨਾਗਰਿਕਤਾ ਕਾਨੂੰਨ ਵੀ ਲਾਗੂ ਕਰੀ ਜਾਂਦੇ ਹੋ, ਜਿਹੜਾ ਸਿਟੀਜ਼ਨ ਰਜਿਸਟਰ ਵਾਲੀ ਗੱਲ ਵੀ ਕਰੀ ਜਾਂਦੇ ਹੋ ਕਿ ਜਿੰਨੇ ਕੁਛ ਘੁਸਪੈਠੀਆ ਇਹ ਅਸੀਂ ਸਾਰੇ ਕੱਢਣੇ ਆ। ਤੇ ਇੱਕ ਘੁਸਪੈਠੀਆ ਇੱਥੇ ਆ ਗਿਆ, ਚਲੋ ਉਹਨੇ ਵੋਟ ਬਣਾ ਲਈ, ਉਹ ਪਾਰਲੀਮੈਂਟ ਦਾ ਮੈਂਬਰ ਵੀ ਬਣ ਗਿਆ, ਤੇ ਤੁਸੀਂ ਤਾਂ ਉਹਨੂੰ ਗ੍ਰਹਿ ਮੰਤਰੀ ਬਣਾਤਾ। ਉਹ ਤਾਂ ਸਭ ਤੋਂ ਵੱਡੀ ਗੱਲ, ਰਾਜ ਗ੍ਰਹਿ ਮੰਤਰੀ ਬਣ ਗਿਆ। ਤੇ ਜੇ ਇੱਥੋਂ ਤੱਕ ਘੁਸਪੈਠੀਆ ਦੀ ਪਹੁੰਚ ਹੈ ਤੇ ਫਿਰ ਕੀ ਹੈ? ਹੁਣ ਜਿਹੜਾ ਬੰਦੇ ਦਾ ਜਿਹੜਾ ਨਾਂ ਹੈ, ਇਹਦਾ ਨਾਂ ਇਹ ਦੱਸਦਾ ਵੀ ਇਹ ਮੁਸਲਮਾਨ ਨਹੀਂ ਹੈ ਅਸਲ 'ਚ। ਅੱਛਾ, ਕਿਉਂਕਿ ਜਿਹੜਾ ਹੈਗਾ ਨਾਂ ਇਹਦਾ ਨਸੀਤ ਕਮਾਇਤ ਜੀ, ਇਹ ਲੱਗਦਾ ਹੈ ਕਿ ਇਹ ਬੰਦਾ ਹਿੰਦੂ ਭਾਈਚਾਰੇ 'ਚੋਂ, ਤੇ ਇਹਨੂੰ ਚੱਕ ਕੇ ਹੁਣ ਬਣਾ ਦਿੱਤਾ। ਇਸ ਕਰਕੇ ਉੱਥੇ ਰੌਲਾ ਪਿਆ ਹੋਇਆ। ਹੁਣ ਇੱਥੇ ਦੇਖਣਾ ਹੁੰਦਾ ਕਿ ਬੰਦੇ ਦੀ ਯੋਗਤਾ ਕੀ ਹੈ ਜੀ। ਕਿਸੇ ਬੰਦੇ ਨੂੰ ਜਦੋਂ ਸਿੱਧਾ ਦੀ ਯੋਗਤਾ ਕੀ ਹੈ, ਚਲੋ ਬਹੁਤ ਸਾਰੇ ਬੰਦੇ ਆ ਵੀ ਜਾਂਦੇ ਹੈ, ਜਾਂ ਤਾਂ ਸਾਰਿਆਂ ਨੂੰ ਤੁਸੀਂ ਨਾਗਰਿਕਤਾ ਦਿਓ ਕਿ ਜਿਹੜੇ ਬੰਦੇ ਦੀ ਤੁਹਾਡੇ ਨਾਲ ਨੇੜਤਾ ਬਣਦੀ ਉਹਨੂੰ ਤਾਂ ਗ੍ਰਹਿ ਮੰਤਰੀ ਵੀ ਬਣਾ ਸਕਦੇ ਹੋ, ਤੇ ਦੂਜੇ ਨੂੰ ਤੁਸੀਂ ਹੈ ਨਹੀਂ। ਮੇਰਾ ਖਿਆਲ ਹੈ ਅਜੇ ਵੀ ਨਹੀਂ ਚੜਿਆ ਹੋਇਆ, ਪਾਰਲੀਮੈਂਟ ਦਾ ਸੈਸ਼ਨ ਚੱਲਦਾ, ਉਹਦਾ ਨਾਂ ਨਹੀਂ ਚੜਿਆ ਹੋਇਆ ਵੈਬਸਾਈਟ। ਅੱਛਾ, ਵੈਬਸਾਈਟ ਤੇ ਜਿਹਦਾ ਨਾਂ ਹੀ ਹੈ ਨਹੀਂ, ਇਹਦਾ ਮਤਲਬ ਹੈ ਵੀ ਇਹ ਪਤਾ ਨਰਿੰਦਰ ਮੋਦੀ ਨੂੰ ਵੀ ਹੈ ਕਿ ਗਲਤੀ ਤਾਂ ਹੋ ਗਈ, ਹੁਣ ਕਰੀਏ ਕੀ। ਉਹ ਹੁਣ ਬਸ਼ਰਮੀ ਜੀ ਦੇ ਮਾਰੇ ਚੁੱਪ ਕੀਤੇ ਬੈਠੇ ਵੀ ਜੀ। ਇਹ ਬਸ਼ਰਮੀ ਤਾਂ ਪਤਾ ਨਹੀਂ ਕਿੱਥੇ ਜਿਹੜੀ ਆਉਣੀ ਹੈ ਜੀ। ਨਸ਼ੀਤ ਪਰਮਨਾਇਕ ਆ ਜੀ, ਨਸ਼ੀਤ ਪਰਮਨਾਇਕ। ਦੇਖਦੇ ਆ, ਦੇਖੋ ਇਹਦਾ ਉਹ ਫਿਰ ਪੜਿਆ ਵੀ ਨਹੀਂ ਨਾ ਜਾਂਦਾ। ਪਰਮਨਾਇਕ ਮੈਨੂੰ ਕਮਾਇਤ ਲੱਗਦਾ। ਨਹੀਂ, ਪਰਮਨਾਇਕ ਆ ਜੀ। ਅੱਛਾ, ਹਾਂ, ਸ਼ਾਮ ਦਾ ਲੱਗਦਾ ਮੈਨੂੰ, ਜਿਵੇਂ ਅੱਖਾਂ ਜੀਆਂ ਤੋਂ ਲੱਗਦਾ ਨਾ। ਤੇ ਨਹੀਂ ਹੈ ਤਾਂ ਹੋਊਗਾ ਤਾਂ ਬੰਗਲਾਦੇਸ਼ੀ ਸ਼ਾਮ ਚ ਆਏਗਾ ਮੇਰੇ ਖਿਆਲ। TMC ਚ ਹੈ, ਬੰਗਾਲੀ ਹੈ ਜੀ ਜੀ ਜੀ। ਹਾਂਜੀ, ਅੱਖਾਂ ਜੀਆਂ ਹੋਏ ਨਾ, ਚੂਚੀਆਂ ਜੀਆਂ। ਹਾਂਜੀ। ਤੇ ਸੁਪਰੀਮ ਕੋਰਟ ਨੇ ਬੜੀ ਤਕੜੀ ਗੱਲ ਕਹਿਤੀ ਜੀ। ਕਹਿੰਦੇ ਹਸਪਤਾਲ ਕਹਿੰਦੇ ਮਨੁੱਖਤਾ ਦੀ ਸੇਵਾ ਨਹੀਂ ਕਰਦੇ। ਜਦੋਂ ਤੁਸੀਂ ਸੁਪਰੀਮ ਕੋਰਟ ਦੀ ਗੱਲ ਕਰਦੇ ਹੋ ਨਾ, ਅੱਜ ਕੱਲ੍ਹ ਸਾਡੀਆਂ ਅਦਾਲਤਾਂ ਵੈਸੇ ਸਲਾਮ ਕਰਨਾ ਬਣਦਾ ਹੈ ਜੀ। ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਖਬਰ ਦੇ ਉੱਤੇ ਡਿਸਕਸ ਕੀਤੀ ਸੀ, ਸਟੈਨ ਸਵਾਮੀ, ਫਾਦਰ ਸਟੈਨ ਸਵਾਮੀ, ਇੱਕ ਮਤਲਬ ਪਾਦਰੀ ਜੀ, ਜਿਹੜਾ ਆਦਿਵਾਸੀਆਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਸੀ। ਔਰ ਉਸ ਬੰਦੇ ਨੇ ਬੜੇ ਗ੍ਰਾਸ ਰੂਟ ਲੈਵਲ ਤੇ ਜਾ ਕੇ ਆਦਿਵਾਸੀਆਂ ਦੀ ਸੇਵਾ ਕੀਤੀ ਜੀ। ਜਲ, ਜੰਗਲ ਔਰ ਜ਼ਮੀਨ ਦਾ ਜਿਹੜਾ ਉਹਦਾ ਹੱਕ ਹੈ, ਉਹਦੀ ਖਾਤਰ ਉਹਨੇ ਲੜਾਈ ਲੜੀ। ਤੇ ਬਾਅਦ ਦੇ ਵਿੱਚ ਭੀਮਾ ਕੌਰੇ ਗਾਉਂ ਵਾਲਾ ਜਾਂ ਉਹ ਜਿਹੜਾ ਕੇਸ ਹੋਇਆ ਸੀ ਜੀ, ਉਸ ਕੇਸ ਦੇ ਵਿੱਚ ਉਸ ਬੰਦੇ ਨੂੰ ਦੋਸ਼ੀ ਬਣਾਤਾ। 84 ਸਾਲਾਂ ਦਾ ਬੁੜਾ, ਪਾਰਕਿੰਸ ਦਾ ਮਰੀਜ਼ ਸੀਗਾ ਜੀ,
ਖਾਣਾ ਵੀ ਉਹ ਆਪਦਾ ਖਾ ਨਹੀਂ ਸਕਦਾ ਸੀ, ਪਾਣੀ ਵੀ ਨਹੀਂ ਪੀ ਸਕਦਾ ਸੀ, ਤੇ ਪਾਣੀ ਪੀਣ ਵਾਸਤੇ ਵੀ ਉਹਨੇ ਇੱਕ ਪਾਈਪ ਦੇ ਲਈ ਅਪਲਾਈ ਕੀਤਾ ਸੀ ਕਿ ਜੀ ਮੈਨੂੰ ਉਹ ਪਾਈਪ ਦਵਾ ਦਿੱਤੀ ਜਾਵੇ। ਬੰਦੇ ਨੇ ਐਪਲੀਕੇਸ਼ਨਾਂ ਪਾਈਆਂ ਕਿਉਂਕਿ ਉਹਦੇ ਤੇ UAPA ਲਾਇਆ ਹੋਇਆ ਸੀ। UAPA ਦੀ ਇੱਕ ਕਲਾਜ਼ ਅਜਿਹੀ ਹੈ ਜਿਹਦੇ ਤਹਿਤ ਬੰਦੇ ਨੂੰ ਜ਼ਮਾਨਤ ਨਹੀਂ ਮਿਲਦੀ। ਐਪਲੀਕੇਸ਼ਨਾਂ ਕਈ ਵਾਰੀ ਲਾਈਆਂ, ਉਹਨੂੰ ਜ਼ਮਾਨਤ ਨਾ ਮਿਲੀ। ਅਖੀਰ ਉਹਦੀ ਹਾਲਤ ਹੋ ਗਈ ਕਿ ਬੰਦੇ ਨੂੰ ਕਰੋਨਾ ਹੋ ਗਿਆ। ਉਹਨੇ ਐਪਲੀਕੇਸ਼ਨ ਪਾਈ ਕਿ ਜੀ ਮੈਨੂੰ ਕਰੋਨਾ ਹੋ ਗਿਆ, ਕਹਿੰਦੇ ਜੀ ਇਹਨੂੰ ਐਗਜ਼ਾਮਨ ਕਰਾਓ। ਸਰਕਾਰੀ ਹਸਪਤਾਲ 'ਚ ਲੈ ਕੇ, ਸਰਕਾਰੀ ਹਸਪਤਾਲ 'ਚ ਕਹਿੰਦੇ ਜੀ ਨੈਗੇਟਿਵ ਆ, ਕਰੋਨਾ ਤਾਂ ਹੈ ਹੀ ਨਹੀਂ। ਉਹ ਕਹਿੰਦਾ ਜੀ ਨਹੀਂ। ਉਹਦੇ ਵਕੀਲ ਨੇ ਕਿਹਾ ਨਹੀਂ। ਕੁਝ ਹੋਰ ਸਮਾਜ ਸੇਵੀ ਆ ਗਏ। ਫਿਰ ਉਹਨੂੰ ਜੀ ਪ੍ਰਾਈਵੇਟ ਹਸਪੀਟਲ 'ਚ ਭੇਜਿਆ, ਤੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਦੋਂ ਉਸ ਬੰਦੇ ਦਾ ਮੁਆਇਨਾ ਕੀਤਾ ਗਿਆ, ਉਹਦਾ ਸੈਂਪਲ ਲਿਆ ਗਿਆ ਤੇ ਉਹ ਪੋਜ਼ੀਟਿਵ ਆ ਗਿਆ। ਦਾਖਲ ਉੱਥੇ ਕਰਵਾਤਾ। ਮੈਡੀਕਲ ਬੇਸ ਦੇ ਉੱਤੇ ਉਹਨੇ ਬੇਲ ਵਾਸਤੇ ਅਪਲਾਈ ਕੀਤਾ ਜੀ ਮੈਨੂੰ ਬੇਲ ਦਿੱਤੀ ਜਾਵੇ, ਇਲਾਜ ਕਰਾਉਣਾ ਮੈਂ। ਔਰ ਉਹਨੇ ਇਹ ਵੀ ਕਹਿ ਦਿੱਤਾ ਸੀ ਕਿ ਜੇ ਤੁਸੀਂ ਮੈਨੂੰ ਬੇਲ ਨਾ ਦਿੱਤੀ ਤਾਂ ਮੇਰਾ ਜਿਹੜਾ ਹੈਗਾ ਡੈਡ ਬੋਡੀ ਆਊਗੀ ਬਾਹਰ, ਹੋਰ ਤਾਂ ਕੁਛ ਆ ਨਹੀਂ ਸਕਦੀ। ਮੇਰਾ ਖਿਆਲ ਹੈ ਵੀ 3 ਜੁਲਾਈ ਨੂੰ ਉਹਦੀ ਪੇਸ਼ੀ ਲੱਗੀ ਸੀ, ਤੇ ਕਹਿੰਦੇ ਜੀ ਕੰਮ ਵਾਲਾ, ਤੇ 3 ਤੋਂ ਕਰਕੇ 5 ਤੇ ਕਰਤਾ। 5 ਨੂੰ ਜਦੋਂ ਦਾਨੇਵਾਲੀਆ ਸਾਹਿਬ ਸੁਣਵਾਈ ਹੋਣ ਲੱਗੀ ਤੇ ਵਕੀਲ ਸਾਹਿਬ ਨੇ ਜਾ ਕੇ ਦੱਸਤਾ ਜੀ ਸੁਣਵਾਈ ਦੀ ਕੋਈ ਲੋੜ ਨਹੀਂ, ਨੋ ਮੋਰ। ਉਹ ਬੰਦਾ ਮਰ ਗਿਆ। ਹੁਣ ਉਹ ਬੰਦੇ ਦੀ ਪ੍ਰਾਰਥਨਾ ਸਭਾ ਹੋਈ ਹੈ। ਪ੍ਰਾਰਥਨਾ ਸਭਾ ਦੇ ਵਿੱਚ ਜਿਸ ਢੰਗ ਦੇ ਨਾਲ ਲੋਕ ਆਏ ਉੱਥੇ ਤੇ ਜਿਵੇਂ ਕੁਛ ਕੀਤਾ ਕਰਾਇਆ, ਤੇ ਕੱਲ ਉਹਦੀ ਇੱਕ ਹੋਰ ਪਟੀਸ਼ਨ ਹੈ ਜਿਹੜੀ ਉਹ ਸੁਣਵਾਈ ਵਾਸਤੇ ਬੰਬੇ ਹਾਈ ਕੋਰਟ ਦੇ ਸਾਹਮਣੇ ਆ ਗਈ। ਅੱਛਾ ਜੀ। ਤੇ ਬੰਬੇ ਹਾਈ ਕੋਰਟ ਦੇ ਜਿਹੜੇ 2 ਮੈਂਬਰੀ ਜੱਜ ਸਾਹਿਬਾਨ, ਜਿਹੜਾ ਬੈਂਚ ਹੈ 2 ਮੈਂਬਰੀ ਹੈ, ਦੋਨਾਂ ਜੱਜ ਸਾਹਿਬਾਨ ਨੇ ਸਲਾਮ ਕੀਤੀ ਸਵਾਮੀ ਨੂੰ ਕਿ ਬਹੁਤ ਵਧੀਆ ਇਨਸਾਨ ਸੀ, ਜਿਹੜੇ ਉਹਨੇ ਕੰਮ ਕੀਤੇ ਹੈ ਉਹਦੇ ਕੰਮਾਂ ਦੇ ਉੱਤੇ ਸਾਨੂੰ ਨਾਜ਼ ਆ, ਉਹਦੇ ਤੇ ਫਖਰ ਹੈ। ਕਾਨੂੰਨੀ ਕਾਰਵਾਈਆਂ ਕਹਿੰਦੇ ਆਪਦੀ ਥਾਂ ਦੇ ਉੱਤੇ, ਕਾਨੂੰਨ ਦੇ ਜਿਹੜੇ ਉਹ ਆਪਣੇ ਭਲਾਵੇਂ ਅੱਖਰ ਲਿਖੇ ਹੁੰਦੇ, ਸਾਨੂੰ ਕਹਿੰਦੇ ਉਹਦੇ ਮੁਤਾਬਕ ਚੱਲਣਾ ਪੈਂਦਾ ਹੈ। ਕਹਿੰਦੇ ਵੀ ਸਾਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਸਾਡੀ ਜਿਹੜੀ ਕਾਰਗੁਜ਼ਾਰੀ ਸੀ ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਜਿਹੜੀ ਕਾਰਗੁਜ਼ਾਰੀ ਸੀ, ਇਹਦੀ ਕ੍ਰਿਟਿਸਿਜ਼ਮ ਵੀ ਹੋਇਆ ਮੀਡੀਆ ਦੇ ਵਿੱਚ ਦੱਬ ਕੇ ਕ੍ਰਿਟਿਸਿਜ਼ਮ ਹੋਇਆ, ਆਪਾਂ ਵੀ ਕ੍ਰਿਟਿਸਿਜ਼ਮ ਕੀਤਾ ਹੈ, ਸਾਰਿਆਂ ਨੇ ਕੀਤਾ ਹੈ, ਕ੍ਰਿਟਿਸਿਜ਼ਮ ਵੀ ਹੋਇਆ। ਚਲੋ ਕਾਨੂੰਨ ਆਪਦੀ ਥਾਂ ਦੇ ਉੱਤੇ ਗੱਲ ਹੈ, ਲੇਕਿਨ ਉਹ ਬੰਦਾ ਰਿਹਾ ਨਹੀਂ। ਹੁਣ ਤੁਸੀਂ ਇਹ ਦੇਖੋ ਕਿ ਕੈਸਾ ਭਾਰਤ ਮਹਾਨ ਹੈ। ਜਿਉਂਦੇ ਜੀ ਅਸੀਂ ਬੰਦਿਆਂ ਨੂੰ ਮਰਨ ਲਈ ਮਜਬੂਰ ਕਰਦੇ ਹਾਂ ਜੇਲ੍ਹਾਂ 'ਚ ਸਿੱਟ ਕੇ। ਜਦੋਂ ਬੰਦਾ ਮਰ ਜਾਂਦਾ ਹੈ ਫਿਰ ਉਹਦੀਆਂ ਜਿਹੜੀਆਂ ਪ੍ਰਾਪਤੀਆਂ ਸੀ, ਉਹਨਾਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹਾਂ। ਮਾਨਯੋਗ ਹਾਈ ਕੋਰਟ ਨੇ, ਚਲੋ ਮੈਂ ਧੰਨਵਾਦੀ ਹਾਂ ਬੰਬੇ ਹਾਈ ਕੋਰਟ ਦਾ ਕਿ ਘੱਟੋ ਘੱਟ ਉਹਨਾਂ ਨੇ ਇਹ ਗੱਲ ਤਾਂ ਤਸਲੀਮ ਕਰ ਲਈ ਨਾ, ਪ੍ਰਵਾਨ ਕਰ ਲਈ ਕਿ ਬੰਦਾ ਚੰਗਾ ਸੀ ਤੇ ਮਨੁੱਖਤਾ ਦੀ ਸੇਵਾ ਕਰਨ ਵਾਲਾ ਬੰਦਾ ਸੀ। ਹੁਣ ਜਿਹੜੀ ਆਹ ਖਬਰ ਆ ਗਈ ਹੈ, ਇਹ ਖਬਰ ਵੀ ਬੜੀ ਭਿਆਨਕ ਹੈ। ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਕਿ ਜਦੋਂ ਕਰੋਨਾ ਦੀ ਮਹਾਮਾਰੀ ਆਈ ਹੈ, ਕਰੋਨਾ ਦੀ ਮਹਾਮਾਰੀ ਵੇਲੇ ਸ਼ੁਰੂ ਦੇ ਵਿੱਚ ਲੋਕਾਂ ਨੇ ਜਿਹਦੀ ਜਿੰਨੀ ਪਹੁੰਚ ਸੀ ਉਹਨੇ ਉਸ ਹਿਸਾਬ ਦੇ ਨਾਲ ਆਪੋ ਆਪਣੀ ਪਾਰਟਿਸਿਪੇਟ ਕੀਤਾ ਹੈ। ਜਦੋਂ ਦੂਜੀ ਵੇਵ ਆਈ ਹੈ ਤੇ ਦੂਜੀ ਵੇਵ ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਹੈ ਵੀ ਲਾਤੀਆਂ ਬਣਾਦੀਆਂ ਪੋਲਾਂ, ਭੁੱਖ ਨੰਗ ਕੱਢ ਲਈ ਸਾਰੀ। ਪਹਿਲਾਂ ਤਾਂ ਡਰਦੇ ਹੀ ਨਹੀਂ ਨਾ, ਹੱਥ ਪਾਉਂਦੇ ਸੀ ਵੀ ਸਾਨੂੰ ਨਾ ਕੁਛ। ਮੁੜ ਕੇ ਤਾਂ ਇਹਨਾਂ ਨੂੰ ਦੱਸਿਆ, ਕਹਿੰਦੇ ਮੁੜ ਕੇ ਤਾਂ ਇਹਨਾਂ ਨੂੰ ਇਹ ਪਤਾ ਲੱਗਿਆ ਵੀ ਅਸੀਂ ਤਾਂ ਹੱਥ ਲਾਉਣਾ ਨਹੀਂ, ਕਰਨਾ ਤਾਂ ਨਰਸਾਂ ਤੇ ਕੰਪਾਊਂਡਰਾਂ ਨੇ। ਹਾਂ, ਵਿਚਾਰਿਆਂ ਨੇ ਗਰੀਬਾਂ ਨਹੀਂ ਕਰਨਾ। ਦਾਨੇਵਾਲੀਆ ਸਾਹਿਬ ਬਠਿੰਡੇ ਦਾ ਆਪਣੀ 100 ਫੁੱਟੀ ਸੜਕ ਹੈ। 100 ਫੁੱਟੀ ਸੜਕ ਦੇ ਉੱਤੇ ਹਸਪਤਾਲ ਤਾਂ ਪਹਿਲਾਂ ਵੀ ਹੈਗੇ। ਬਿਲਕੁਲ ਜਦੋਂ ਇਹ ਕਰੋਨਾ ਵਾਲੀ ਕਾਰਵਾਈ ਹੋਈ, ਕਿਸੇ ਬੰਦੇ ਨੇ ਜੀ ਕਿਰਾਏ ਤੇ ਲਿਆ, ਉੱਥੇ ਕਿਰਾਏ ਤੇ ਲੈ ਕੇ ਤੇ ਜੀ ਉਹਨੇ ਉੱਥੇ ਹਸਪਤਾਲ ਖੋਲ੍ਹਤਾ। ਚੱਲੇ 2 ਹੈ ਜੀ ਇੱਥੇ। ਇੱਕ ਨੇ ਤਾਂ ਡਾਕਟਰ ਕਹਿੰਦਾ ਵੀ ਫਾਊਂਡੇਸ਼ਨ ਹੀ ਬਣਾ ਲਈ, ਉਹ ਜਿਵੇਂ ਬਣਾਈ ਨਹੀਂ ਬੈਠੇ ਫਾਊਂਡੇਸ਼ਨ, ਤੇ ਡਾਕਟਰ ਕੋਈ ਪੱਕਾ ਹੈ ਨਹੀਂ, ਤੇ ਹੈ ਉਹ ਐਂਬੂਲੈਂਸ ਦੇ ਡਰਾਈਵਰ ਬਸ ਆਉਂਦੇ ਚੱਕ। ਬਸ ਉਹ ਡਰਾਈਵਰ ਕੰਡਕਟਰ ਜਾਂ ਕੁਛ ਇਹੋ ਜਿਹਾ ਹੀ ਮੈਨੂੰ ਦੱਸਿਆ ਸੀ, ਫਾਰਮਾਸਿਸਟ ਆ ਪਤਾ ਨਹੀਂ ਕੁਛ ਕੀ ਹੈ। ਉਹਨੇ ਡਾਕਟਰ ਰੱਖ ਲਏ ਤੇ ਉਹ ਆ ਜਿਹੜੇ ਹੈਗੇ ਤੁਹਾਡੇ ਕੀ ਹੁੰਦੀਆਂ PP ਕਿੱਟਾਂ, ਉਹ ਕਿੱਟਾਂ ਲਿਆ ਕੇ ਸਾਰਾ ਕੁਛ ਕਰ ਲਿਆ। ਮੈਨੂੰ ਕੋਈ ਸੱਜਣ ਮਿਲਿਆ, ਉਹ ਕਹਿੰਦਾ ਜੀ ਜਦੋਂ ਆਕਸੀਜਨ ਦਾ ਬਹੁਤ ਜ਼ਿਆਦਾ ਕਾਲ ਪਿਆ ਹੋਇਆ ਸੀ, ਆਕਸੀਜਨ ਨਹੀਂ ਮਿਲਦੀ ਸੀ, ਉਹ ਕਹਿੰਦੇ ਜੀ ਦਿਨੇ ਸਾਡੇ ਬੜੀ ਸ਼ਾਂਤੀ ਰਹਿੰਦੀ ਹੈ ਤੇ ਰਾਤ ਨੂੰ ਜਦੋਂ 9 ਵੱਜ ਜਾਂਦੇ ਆ ਨਾ ਫਿਰ ਖੜਕਾਟੇ ਪੈਂਦੇ ਆ। ਉਦੋਂ ਕਹਿੰਦੇ ਵੀ ਆਕਸੀਜਨ ਦੇ ਸਿਲੰਡਰ ਆਉਂਦੇ, ਟਰੱਕਾਂ ਦੇ ਟਰੱਕ ਆਉਂਦੇ। ਬਾਅਦ ਦੇ ਵਿੱਚ ਉਹਨਾਂ ਨੂੰ ਫਿਰ ਜਿਹੜੇ ਆ ਛੋਟੇ ਹਾਥੀ ਹੁੰਦੇ ਆ, ਇਹਨਾਂ ਦੇ ਰਾਹੀਂ ਉਹਨਾਂ ਟਰੱਕਾਂ ਨੂੰ ਫਿਰ ਆਪਾਂ ਸਿਲੰਡਰਾਂ ਨੂੰ ਕਿਤੇ ਹੋਰ ਭੇਜਿਆ ਜਾਂਦਾ। ਕਮਾਈ ਵੀ ਬਹੁਤ ਹੁੰਦੀ ਹੈ। ਮੈਂ ਕਿਹਾ ਯਾਰ ਜੋ ਤੁਸੀਂ ਰਾਤ ਨੂੰ ਤੰਗ ਹੁੰਦੇ ਹੋ, ਆਂਢ ਗੁਆਂਢ ਵਾਲੇ ਬੋਲਦੇ ਨਹੀਂ, ਕਹਿੰਦਾ ਮੈਂ ਇਕੱਲਾ ਹੀ ਬੋਲਦਾ। ਮੈਂ ਕਿਹਾ ਬਾਕੀ ਕਿਉਂ ਨਹੀਂ ਬੋਲਦੇ, ਕੀ ਉਹਨਾਂ ਨੂੰ ਤਕਲੀਫ ਨਹੀਂ ਹੁੰਦੀ? ਉਹ ਕਹਿੰਦਾ ਜੀ ਮੋਡਸ ਆਪਰੈਂਡੀ ਬੜੀ ਸ਼ਾਨਦਾਰ ਹੈ। ਜਿਹੜੇ ਕੁੜੀਆਂ ਮੁੰਡੇ ਉਹਨਾਂ ਨੇ ਉੱਥੇ ਨੌਕਰ ਰੱਖੇ ਹੋਏ ਹੈ, ਅੱਜ ਤੁਹਾਡਾ ਕਮਰਾ ਦਿਓ ਜੀ। ਅੱਜ ਕੱਲ੍ਹ ਹਰ ਇੱਕ ਬੰਦਾ ਆਰਥਿਕ ਤੰਗੀ ਦਾ, ਕਰੋਨਾ ਦੇ ਵਿੱਚ ਤਾਂ ਸਾਰੇ ਮਾਰੇ ਪਏ ਸੀ। ਉਹ ਕਹਿੰਦਾ ਚਲੋ ਠੀਕ ਆ, ਆਪਾਂ ਬਾਹਲੇ ਕਮਰਿਆਂ ਤੋਂ ਕੀ ਲੈਣਾ, 1-2 ਕਮਰੇ ਖਾਲੀ ਕਰ ਦਿਓ। ਜਿੰਨੇ ਪੈਸੇ ਮੰਗੇ, ਜੇ ਕਿਸੇ ਨੇ ਮੰਗ ਲਿਆ ਜੀ 15,000 ਰੁਪਇਆ ਲਵਾਂਗੇ, ਉਹ ਕਹਿੰਦੇ ਆ ਚੱਕੋ ਜੀ 15,000। ਜਿਹੜਾ 5,000 ਤੇ ਨਹੀਂ ਚੜ੍ਹਦਾ ਸੀ, ਕਿਉਂਕਿ ਸਾਰੇ ਜਿਹੜੇ ਪੜ੍ਹਨ ਪੁੜਨ ਵਾਲੇ ਬੱਚੇ ਸੀ ਘਰਾਂ ਨੂੰ ਚਲੇ ਗਏ, ਖਾਲੀ ਹੋਏ। ਜਿਹਨਾਂ ਨੂੰ 15 ਹੋ ਗਏ ਤੇ ਜਦੋਂ ਕਹਿੰਦੇ ਚੱਲ ਰਾਤ ਨੂੰ ਜੇ ਖੜਕਾ ਹੁੰਦਾ ਤਾਂ ਹੋਈ ਜਾਣ ਦਿਓ। ਇਸ ਕਿਸਮ ਦੀ ਗੱਲ ਗੁਜਰਾਤ ਦੀ ਸਰਕਾਰ ਨੇ ਹੁਣ ਕੀ ਕੀਤਾ? ਗੁਜਰਾਤ ਦੀ ਸਰਕਾਰ ਨੇ ਜਿਹੜੇ ਨਿਯਮ ਬਣੇ ਹੋਏ ਉਹ ਨਿਯਮ ਹੀ ਤੋੜਤੇ।
ਕਹਿੰਦੇ ਵੀ ਕੋਈ ਲੋੜ ਹੀ ਨਹੀਂ ਇਹਨਾਂ ਨੂੰ ਨਾ, ਤੇ ਜਿਹੜੇ ਤੁਸੀਂ ਹਸਪਤਾਲ ਖੋਲੀ ਜਾਓ। ਹੁਣ ਉਹ ਜਦੋਂ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਆਇਆ ਤੇ ਸੁਪਰੀਮ ਕੋਰਟ ਦੇ ਵਿੱਚ ਕੱਲ ਫਿਰ ਜਸਟਿਸ ਚੰਦਰਾਚੂੜ ਤੇ ਜਸਟਿਸ ਸ਼ਾਹ ਉਹਨਾਂ ਦੇ ਕੋਲੇ ਆਇਆ ਜੀ। ਉਹਨਾਂ ਨੇ ਜੀ ਫਿਰ ਮਤਲਬ ਬਹੁਤ ਵਧੀਆ ਉਹਨਾਂ ਨੇ ਕੱਲ ਟਿੱਪਣੀ ਕੀਤੀ। ਉਹ ਕਹਿੰਦੇ ਵੀ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਕੋਈ ਵੀ ਬੰਦਾ, ਕੋਈ ਵੀ ਹਸਪਤਾਲ ਦਾ ਜਿਹੜਾ ਡਾਕਟਰ ਹੈਗਾ ਉਹ ਮਨੁੱਖਤਾ ਦੀ ਸੇਵਾ ਦੀ ਭਾਵਨਾ ਨਾਲ ਆਉਂਦਾ ਸੀ। ਪਰ ਹੁਣ ਤਾਂ ਕਹਿੰਦੇ ਜਿਹੜੀ ਰੀਅਲ estate ਇੰਡਸਟਰੀ ਹੈ ਉਹ ਬਣ ਗਈ। ਇਹਦੇ 'ਚ ਵੀ ਦਾਨੇਵਾਲੀਆ ਸਾਹਿਬ, ਮੈਂ ਸਵੇਰੇ ਜਦੋਂ ਮੈਂ ਸਾਈਕਲਿੰਗ ਕਰ ਰਿਹਾ ਸੀ ਤੇ ਮੈਨੂੰ 2 ਡਾਕਟਰ ਸਾਹਿਬਾਨ ਮਿਲ ਗਏ ਜੀ। ਮੈਂ ਉਹਨਾਂ ਨਾਲ ਗੱਲਾਂ ਕਰਨ ਲੱਗ ਗਿਆ। ਮੈਂ ਕਿਹਾ ਯਾਰ ਅੱਜ ਸੁਪਰੀਮ ਕੋਰਟ ਦਾ ਫੈਸਲਾ, ਆਹ ਜਿਹੜੀ ਹੈਗੀ ਟਿੱਪਣੀ ਆਈ ਹੈ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਦੋਨੋਂ ਡਾਕਟਰ, ਇੱਕ ਉਹਨਾਂ ਦੇ ਵਿੱਚੋਂ ਹਾਂ ਦੋਨੋਂ ਦੰਦਾਂ ਦੇ ਡਾਕਟਰ ਹੈ। ਸਰਕਾਰੀ ਹਸਪਤਾਲ ਦੇ ਵਿੱਚੋਂ ਇੱਕ ਪਹਿਲਾਂ ਰਿਟਾਇਰ ਹੋ ਗਏ ਸੀ ਤੇ ਇੱਕ ਹੁਣ ਛੱਡ ਕੇ ਹੋ ਗਏ। ਉਹ ਮੈਨੂੰ ਕਹਿੰਦੇ ਜੀ ਆ ਜਾਓ, ਬਹਿ ਜਾਓ, ਆਪਾਂ ਤੁਹਾਨੂੰ ਦੱਸ ਹੀ ਦਿੰਦੇ। ਮੈਂ ਵੀ ਬਹਿ ਕੇ ਮੰਗੀਏ। ਕਹਿੰਦੇ ਵੀ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਸਰਕਾਰੀ ਮੈਡੀਕਲ ਕਾਲਜ ਹੁੰਦੇ ਸੀ, ਅਸੀਂ ਉਹ ਕਹਿੰਦੇ ਵੀ 500 ਰੁਪਇਆ ਮਹੀਨੇ ਨਾਲ ਪੜ੍ਹੇ ਹੋਏ ਆ, ਤੇ ਸਾਡੇ ਜਵਾਕ ਜਦੋਂ ਅਸੀਂ ਹੁਣ ਡਾਕਟਰ ਬਣਾਉਣੇ ਆ ਨਾ, ਕਈ ਕਰੋੜ ਰੁਪਇਆ ਇੱਕ ਡਾਕਟਰ ਬਣਾਉਣ ਤੇ ਲੱਗ ਜਾਂਦਾ ਹੈ। ਜਦੋਂ ਤੁਸੀਂ ਮੈਡੀਕਲ ਕਾਲਜਾਂ ਨੂੰ ਦੁਕਾਨਾਂ ਬਣਾ ਲਿਆ, ਉੱਥੇ ਤੁਸੀਂ ਉਹਨਾਂ ਨੂੰ ਮਾਲ ਵੇਚਣ ਲੱਗ ਗਏ, ਡਾਕਟਰ ਬਣਨਾ ਭਾਈ ਤੈਨੂੰ ਸਰਟੀਫਿਕੇਟ ਮਿਲੂਗਾ, ਭਾਵੇਂ ਬੰਦਾ ਪੜ੍ਹੇ ਨਾ ਪੜ੍ਹੇ, ਉਹਨਾਂ ਨੇ ਪ੍ਰਾਈਵੇਟ ਡਾਕਟਰ ਚੱਲਣਾ। ਉਹ ਹੈ ਜਿਹਨੇ ਕਰੋੜਾਂ ਰੁਪਇਆ ਲਾਇਆ ਤੇ ਫਿਰ ਉਹ ਕਰੋੜਾਂ ਰੁਪਏ ਦੀ ਰਿਕਵਰੀ ਵੀ ਕਰੂਗਾ ਜੀ। ਇਹ ਸਾਰਾ ਕੁਝ ਸਿਸਟਮ ਹੈ। ਉਹਨੇ ਕਿਹਾ ਕਿ ਅਸਲ ਦੇ ਵਿੱਚ ਇਹ ਜਿਹੜੀ ਸਾਡੀ ਹੈਲਥ ਸਰਵਿਸਿਜ਼ ਹੈ ਔਰ ਐਜੂਕੇਸ਼ਨ ਹੈ, ਇਹ ਹੈਲਥ ਤੇ ਐਜੂਕੇਸ਼ਨ ਦਾ ਜਦੋਂ ਪ੍ਰਾਈਵੇਟਾਈਜੇਸ਼ਨ ਹੋਇਆ ਹੈ ਉਦੋਂ ਤੋਂ ਇਹ ਸਾਰਾ ਕੁਝ ਹੋਇਆ। ਹੁਣ ਕੱਲ ਆਪਾਂ ਬੈਠੇ ਸੀ ਕਿਸੇ ਸੱਜਣ ਕੋਲੇ, ਹੋਰ ਕਿਸੇ ਅਫਸਰ ਕੋਲੇ ਬੈਠੇ ਸੀ, ਜਿਹਨੇ ਆਪਾਂ ਨੂੰ ਇਹ ਦੱਸਿਆ ਸੀ ਕਿ ਜਦੋਂ ਐਡਾ ਵੱਡਾ ਸੰਕਟ ਹੈ, ਕਿੱਥੇ ਪ੍ਰਾਈਵੇਟ ਬਿਜਲੀ ਪਲਾਂਟ ਸਾਰੇ ਬੰਦ ਕਰਤੇ। ਉਹ ਬੰਦ ਹੋਏ ਨਹੀਂ ਸੀ। ਉਹਨਾਂ ਨੇ ਕਿਹਾ ਵੀ ਪੀਕ ਟਾਈਮ 'ਚ ਬੰਦ ਕਰ ਦਿਓ, ਆਪਾਂ ਨੂੰ ਕੀ ਲੋੜ ਹੈ, ਆਪਾਂ ਮਹਿੰਗਾ ਕੋਲ। ਇੱਕ ਚੀਜ਼ ਦੇਖਣ ਵਾਲੀ ਹੈ, ਦੇਖੋ ਵੀ ਸਰਕਾਰੀ ਹਸਪਤਾਲ ਤੇ ਇਹੀ ਸਰਕਾਰੀ ਸੰਭਾਲਦੇ, ਹੋਰ ਕੀ ਕਰਦੇ ਸਰਕਾਰ? ਤੁਸੀਂ ਦੇਖੋ ਉਹਨਾਂ ਨੇ ਮੈਂ ਬਿਲਕੁਲ ਕਨਵਿੰਸ ਹਾਂ, 100% ਉਸ ਅਫਸਰ ਨਾਲ ਕਨਵਿੰਸ ਹਾਂ ਵੀ ਜੇ ਕਿਤੇ ਆ ਲਹਿਰੇ ਵਾਲਾ ਥਰਮਲ ਨਾ ਹੁੰਦਾ ਤੇ ਰੋਪੜ ਵਾਲਾ ਨਾ ਹੁੰਦਾ ਤਾਂ ਪੰਜਾਬ 'ਚ ਤਾਂ ਜਮਾਂ ਹੀ ਤਰਾਹੀ ਜੇ ਤੁਸੀਂ ਇਹਨਾਂ ਤੇ ਰਹਿੰਦੇ। ਮਤਲਬ ਜੇ ਤੁਸੀਂ ਪ੍ਰਾਈਵੇਟ ਸੈਕਟਰ ਤੋਂ ਸਰਵਿਸਿਜ਼ ਲੈਣੀਆਂ ਲਓ, ਲੇਕਿਨ ਇਹ ਜ਼ਰੂਰੀ ਹੈ ਕਿ ਤੁਹਾਡਾ ਪਬਲਿਕ ਸੈਕਟਰ ਮਜ਼ਬੂਤ ਹੋਣਾ ਚਾਹੀਦਾ ਹੈ, ਚਾਹੇ ਉਹ ਐਜੂਕੇਸ਼ਨ ਦਾ ਹੋਵੇ, ਚਾਹੇ ਉਹ ਹੈਲਥ ਦੇ ਵਿੱਚ ਹੋਵੇ, ਚਾਹੇ ਉਹ ਇਲੈਕਟ੍ਰਿਸਿਟੀ ਹੋਵੇ, ਚਾਹੇ ਉਹ ਟਰਾਂਸਪੋਰਟ ਦਾ ਹੋਵੇ। ਸਰਕਾਰੀ ਸੈਕਟਰ ਦਾ ਜਿਹੜਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਜੀ। ਚਲੋ ਸਾਹਿਬ ਲਾਤੀ ਜੀ। ਮੈਂ ਹੁਣੇ ਦੇਖੀਏ ਕੌਂਸਲ ਆਫ ਮਿਨਿਸਟਰ 'ਚ ਨਿਤਿਸ਼ ਪਰਮਨੈਕ ਦੀ ਸਭ ਤੋਂ ਥੱਲੇ ਲਾਈ ਵੀ ਆ ਹੁਣ, ਮਤਲਬ ਕਹਿੰਦੇ ਲੇਟੈਸਟ ਮਾਰੀ ਹੋਣੀ ਹੈ ਬਸ ਹੁਣ ਲਾਤੀ ਹੋਣੀ ਹੈ। ਹਾਂ ਮੈਂ ਵੇਖੀ ਆ, ਤੇ ਮਤਲਬ ਕਿ ਇੱਕ ਅੱਧੇ ਦਿਨ 'ਚ ਜਾਂ ਅੱਜ ਸਵੇਰੇ ਲਾਈ ਹੁਣ, ਪਰ ਹੈ ਸਭ ਤੋਂ ਲਾਸਟ। ਕੱਲ ਰੌਲਾ ਪੈਣ ਤੋਂ ਬਾਅਦ ਅੱਜ ਹੀ ਲਾਈ ਹੋਣੀ, ਪਰ ਸਭ ਤੋਂ ਲਾਸਟ ਇਹਦਾ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਇਸੇ ਤਰ੍ਹਾਂ ਬਾਅਦ ਦਸਤੂਰ ਜਾਰੀ ਰਹੇਗਾ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।